ਦੇਸ਼ ਦੁਨੀਆ 'ਚ ਵਸਦੇ ਪੰਜਾਬੀਆਂ ਨੂੰ ਖੁਸ਼ਾਮਦੀਦ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਹਰਜੀਤ ਭਾਸਕਰ ਜੀ ਔਰ ਇੰਦਰਪ੍ਰੀਤ ਜੀ। ਦੋਨਾਂ ਨੂੰ ਜੀ ਆਇਆਂ। ਬਹੁਤ ਬਹੁਤ ਸ਼ੁਕਰੀਆ ਰੰਧਾਵਾ ਜੀ। ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਉਹ ਬੜਾ ਬੇਲਿਹਾਜ਼ ਹੈ, ਕੀ ਕਰੀਏ, ਬੇਵਫਾ ਦਾ ਇਲਾਜ ਕੀ ਕਰੀਏ, ਤੇਰੇ ਗਮ ਦਾ ਵੀ ਕੀ ਭਰੋਸਾ ਹੈ, ਸ਼ੈ ਬਗਾਨੀ ਮਜਾਜ ਕੀ ਕਰੀਏ। ਚਾਨਣ ਗੋਬਿੰਦਪੁਰੀ ਸਾਹਿਬ ਨੇ ਇਹ ਸਤਰਾਂ ਪਤਾ ਨਹੀਂ ਕਿਸ ਸੰਦਰਭ 'ਚ ਲਿਖੀਆਂ, ਪਰ ਮੈਂ ਇਹਨੂੰ ਵਕਤ ਦੇ ਸੰਦਰਭ ਦੇ ਵਿੱਚ ਬੜੀਆਂ ਅਹਿਮ ਮੰਨਦਾ। ਇਸ ਵੇਲੇ ਦੀ ਸਭ ਤੋਂ ਵੱਡੀ ਬਹਿਸ ਕੀ ਗਿਆਨੀ ਹਰਪ੍ਰੀਤ ਸਿੰਘ ਨੂੰ ਹਟਾਇਆ ਜਾ ਰਿਹਾ। ਗਿਆਨੀ ਹਰਪ੍ਰੀਤ ਸਿੰਘ ਜਿਹੜੇ ਕਿ ਕਾਰਜਕਾਰੀ ਜਥੇਦਾਰ ਨੇ, ਔਰ ਕਾਰਜਕਾਰੀ ਜਥੇਦਾਰ ਨੂੰ ਸਿਰਫ ਇੱਕ ਆਫਿਸ ਆਰਡਰ ਨਾਲ ਅਹੁਦੇ ਤੋਂ ਵੱਖ ਕੀਤਾ ਜਾ ਸਕਦਾ, ਇਹਦੇ 'ਚ ਕੋਈ ਦੋ ਰਾਵਾਂ ਨਹੀਂ। ਪਰ ਕੀ ਗਿਆਨੀ ਗੁਰਬਚਨ ਸਿੰਘ ਦਾ ਇਸ ਮਾਮਲੇ 'ਚ ਕੁੱਦਣਾ, ਜਿਹੜੇ ਕਿ ਸਾਬਕਾ ਜਥੇਦਾਰ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ, ਇਸ ਗੱਲ ਨੂੰ ਹੋਰ ਹਵਾ ਦੇ ਰਿਹਾ ਕਿ ਆਉਂਦੇ ਦਿਨਾਂ ਦੇ ਵਿੱਚ ਪੰਥਕ ਵਿਵਾਦ ਵੱਡੇ ਹੋ ਸਕਦੇ ਆ। ਕੀ ਗਿਆਨੀ ਹਰਪ੍ਰੀਤ ਸਿੰਘ ਹਟਾਏ ਜਾਣ ਤੋਂ ਪਹਿਲਾਂ ਗਿਆਨੀ ਗੁਰਬਚਨ ਸਿੰਘ ਸਮੇਤ ਸਾਰੇ ਸਿੰਘ ਸਾਹਿਬਾਨ ਨੂੰ ਤਲਬ ਕਰ ਸਕਦੇ ਆ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ? ਤੁਹਾਨੂੰ ਇਹ ਵੀ ਯਾਦ ਹੋਣਾ ਕਿ ਗਿਆਨੀ ਗੁਰਬਚਨ ਸਿੰਘ ਵੱਲੋਂ ਡੇਰਾ ਸਿਰਸਾ ਦੇ ਮੁਖੀ ਨੂੰ ਮਾਫੀ ਦਿੱਤੀ ਗਈ ਸੀ ਔਰ ਉਹ ਮਾਫੀ ਬਾਅਦ ਚ ਵਾਪਸ ਲਈ ਗਈ। ਔਰ ਤੁਹਾਨੂੰ ਇਹ ਵੀ ਯਾਦ ਹੋਣਾ ਕਿ ਇੱਕ ਹੋਰ ਜਥੇਦਾਰ ਗਿਆਨੀ ਗੁਰਮੁਖ ਸਿੰਘ ਨੇ ਇਸ ਗੱਲ ਦਾ ਖੁਲਾਸਾ ਕੀਤਾ ਸੀਗਾ ਕਿ ਗਿਆਨੀ ਗੁਰਬਚਨ ਸਿੰਘ ਔਰ ਸਾਨੂੰ ਸਾਰਿਆਂ ਨੂੰ ਸਦਾ ਪ੍ਰਕਾਸ਼ ਸਿੰਘ ਬਾਦਲ ਮਰਹੂਮ ਦੀ ਕੋਠੀ ਦੇ ਵਿੱਚ ਸੱਦਿਆ ਗਿਆ ਸੀ ਔਰ ਉੱਥੋਂ ਇਹ ਆਦੇਸ਼ ਜਾਰੀ ਕੀਤੇ ਗਏ ਸੀ, ਜਿਹਦੇ ਤੇ ਅਜੇ ਤੱਕ ਵਿਵਾਦ ਹੈ। ਕਿ ਇੱਕ ਵਾਰੀ ਇਹ ਮਾਮਲਾ ਫਿਰ ਕੌਮੀ ਪੱਧਰ ਤੇ ਬਹੁਤ ਵੱਡਾ ਹੋਣ ਜਾ ਰਿਹਾ? ਇਸ ਸਵਾਲ ਨੂੰ ਐਡਰੈਸ ਕਰਦੇ ਹਾਂ। ਦੂਜਾ ਸਵਾਲ, ਕਿ ਗਵਰਨਰ ਔਰ ਪੰਜਾਬ ਸਰਕਾਰ ਦੇ ਵਿੱਚ ਇੱਕ ਵਾਰੀ ਫਿਰ ਤਲਖੀ ਵੱਧ ਰਹੀ ਹੈ। ਗਵਰਨਰ ਪੰਜਾਬ ਵੱਲੋਂ ਆਪਣਾ ਅਧਿਕਾਰਤ 7-8 ਤਰੀਕ ਦਾ ਦੌਰਾ, ਪ੍ਰਸਤਾਵਿਤ ਦੌਰਾ, ਉਹਦੀ ਰੂਪਰੇਖਾ ਦੇ ਦਿੱਤੀ ਗਈ ਹੈ ਪੰਜਾਬ ਸਰਕਾਰ ਨੂੰ। ਕੀ ਇਸ ਮੌਕੇ ਮੁੱਖ ਮੰਤਰੀ ਹਾਜ਼ਰ ਰਹਿਣਗੇ? ਕੀ ਇਸ ਮੌਕੇ ਡੀਜੀਪੀ ਔਰ ਚੀਫ ਸੈਕਟਰੀ ਹਾਜ਼ਰ ਰਹਿਣਗੇ? ਕੀ ਇਸ ਮੁੱਦੇ ਦੇ ਵਿੱਚੋਂ ਕੋਈ ਹੋਰ ਮੁੱਦੇ ਉੱਠ ਕੇ ਆਉਣਗੇ? ਨਸ਼ਿਆਂ ਤੋਂ ਇਲਾਵਾ, ਅਮਨ ਕਾਨੂੰਨ ਦੀ ਸਥਿਤੀ ਤੋਂ ਇਲਾਵਾ ਗਵਰਨਰ ਸਾਹਿਬ ਕੀ ਕਰਨ ਵਾਲੇ ਆ? ਇਹ ਸਾਰੇ ਸਵਾਲ ਨਾਲ ਐਡਰੈਸ ਕਰਦੇ ਆ। ਤੀਜਾ ਮਾਮਲਾ, ਕੇਜਰੀਵਾਲ ਸਾਹਿਬ ਦਾ ਅਫਸਰਾਂ ਨਾਲ ਝਮੇਲਾ ਝਗੜਾ ਲਗਾਤਾਰ ਚੱਲ ਰਿਹਾ। ਹੁਣ ਉਹ ਅਧਿਕਾਰੀ ਵਿਸ਼ੇਸ਼ ਸਕੱਤਰ ਵਿਜੀਲੈਂਸ ਜਿਹੜਾ ਕੇਜਰੀਵਾਲ ਸਾਹਿਬ ਦੀ ਕੋਠੀ ਨਾਲ ਸੰਬੰਧਿਤ ਜਾਂਚ ਕਰ ਰਿਹਾ, ਉਹਨੂੰ ਵੀ ਨੋਟਿਸ ਭੇਜਿਆ ਗਿਆ। ਮਾਮਲਾ ਆਰਡੀਐਫ ਦਾ ਹੈ, ਰੂਰਲ ਡਿਵੈਲਪਮੈਂਟ ਫੰਡ। ਪੰਜਾਬ ਸਰਕਾਰ ਨੇ ਪੂਰੀ ਤਿਆਰੀ ਕਰ ਲਈ ਆ ਹੁਣ ਕੇਂਦਰ ਨਾਲ ਦੋ ਹੱਥ ਕਰਨ ਦੀ, ਔਰ ਇਸ ਸਬੰਧ ਦੇ ਵਿੱਚ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਜਾ ਸਕਦਾ ਹੈ। ਪੰਜਾਬ ਸਰਕਾਰ ਕੱਲ ਹਾਈ ਕੋਰਟ ਦੇ ਵਿੱਚ ਜੀਰਾ ਫੈਕਟਰੀ ਨੂੰ ਲੈ ਕੇ ਅਹਿਮ ਦਸਤਾਵੇਜ਼ ਸਬਮਿਟ ਕਰਦੀ ਆ, ਅਹਿਮ ਜਾਣਕਾਰੀਆਂ ਦਿੰਦੀ ਆ। ਇੰਦਰਪ੍ਰੀਤ ਜੀ, ਜਥੇਦਾਰ ਦੀ ਗੱਲ ਕਰ ਲੈਂਦੇ ਆ, ਤੇ ਭਾਸਕਰ ਸਾਹਿਬ ਕੋਲ ਜਾਣ ਤੋਂ ਪਹਿਲਾਂ ਮੈਨੂੰ ਇਸ ਵਿਵਾਦ ਤੇ ਟੂ ਦਾ ਪੁਆਇੰਟ ਚਾਨਣਾ ਪਾਓ ਜ਼ਰਾ। ਗਿਆਨੀ ਗੁਰਬਚਨ ਸਿੰਘ ਜੇ ਵਿਰੋਧ ਚ ਆ ਗਿਆ ਤੇ ਕੀ ਆਉਂਦੇ ਦਿਨਾਂ ਚ ਉਹ ਪੰਜੇ ਸਿੰਘ ਸਾਹਿਬਾਨ ਕਿਤੇ ਸਪਸ਼ਟੀਕਰਨ ਲਈ ਗਿਆਨੀ ਹਰਪ੍ਰੀਤ ਸਿੰਘ ਸਾਦਤ ਤਾਂ ਨਹੀਂ ਲੈਣਗੇ? ਦੇਖੋ ਰੰਧਾਵਾ ਸਾਹਿਬ, ਇਹ ਜਿਹੜਾ ਵਿਵਾਦ ਹੈਗਾ ਇਹ ਬੜਾ ਗੰਭੀਰ ਹੈ ਤੇ ਔਰ ਕਈ ਵਾਰੀ ਏਦਾਂ ਹੁੰਦਾ ਕਿ ਨਵੀਂ ਪਰੰਪਰਾ ਕੋਈ ਸ਼ੁਰੂ ਕਰ ਰਿਹਾ ਜਾਂ ਪਰੰਪਰਾਵਾਂ ਦਾ ਉਹ ਪਰੰਪਰਾ ਦੇ ਉਲਟ ਚੱਲ ਰਿਹਾ ਹੈ। ਜਿਹੜੀ ਗੱਲ ਇਹ ਰਾਘਵ ਚੱਡਾ ਦੀ ਸਗਾਈ ਦੇ ਉੱਤੇ ਜਾਣ ਦੀ ਹੈਗੀ ਹੈ, ਉਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਪਹਿਲਾਂ ਵਲਟੋਆ ਸਾਹਿਬ ਨੇ ਜਿਹੜੀ ਗੱਲ ਛੇੜੀ, ਉਹਨੂੰ ਜਿਹਨੂੰ ਕਹਿੰਦੇ ਵੀ ਉਹਦੀ ਪ੍ਰੌੜਤਾ ਅੱਗੇ ਗਿਆਨੀ ਗੁਰਬਚਨ ਸਿੰਘ ਨੇ ਕਰਤੀ। ਪਰ ਮੈਨੂੰ ਲੱਗਦਾ ਵੀ ਕੋਈ ਵੀ ਇਸ ਤਰ੍ਹਾਂ ਦੀ ਕਿਸੇ ਉੱਤੇ ਉਂਗਲੀ ਚੱਕਣ ਤੋਂ ਪਹਿਲਾਂ ਬੰਦੇ ਨੂੰ ਆਪਣੀ ਪੜਚੋਲ ਵੀ ਕਰਨੀ ਚਾਹੀਦੀ ਹੈ। ਉਹਨਾਂ ਨੇ ਇਹ ਕਿਹਾ ਵੀ ਜਥੇਦਾਰ ਸਾਹਿਬ ਤਾਂ ਉੱਥੇ ਹੀ ਜਾ ਸਕਦੇ ਆ ਜਿੱਥੇ ਬਾਬਾ ਜੀ ਦੀ ਭੀੜ ਹੋਵੇ, ਫਿਰ ਉਸ ਤੋਂ ਇਲਾਵਾ ਕਿਤੇ ਨਹੀਂ। ਪਰ ਜਦੋਂ ਉਹ ਖੁਦ ਮੁੱਖ ਮੰਤਰੀ ਦੇ ਦਰਬਾਰ 'ਚ ਤਲਬ ਕੀਤੇ ਜਾਂਦੇ ਆ, ਉਦੋਂ ਤਾਂ ਫਿਰ ਇਹ ਸਾਰੀਆਂ ਚੀਜ਼ਾਂ ਪਿੱਛੇ ਹਟ ਜਾਂਦੀਆਂ ਨੇ। ਉਦੋਂ ਅੱਛਾ, ਫਿਰ ਡੇਰਾ ਸੱਚਾ ਸੌਦਾ ਦੇ ਮੁਖੀ ਨੂੰ, ਮਤਲਬ ਪੂਰੀ ਸਿੱਖ ਕੌਮ ਦੇ ਇੰਨੇ ਵਿਰੋਧ ਦੇ ਬਾਵਜੂਦ ਮਤਲਬ ਉਹਨੂੰ ਮਾਫੀ ਦੇਣਾ, ਪਲੱਸ ਫਿਰ ਮਾਫੀ ਜਦੋਂ ਵਿਰੋਧ ਫਿਰ ਹੋਇਆ ਇਸ ਗੱਲ ਦਾ, ਫਿਰ ਉਹ ਮਾਫੀ ਨੂੰ ਵਾਪਿਸ ਲੈਣਾ, ਇਹ ਸਾਰੀਆਂ ਲਈ ਤਾਂ ਗੁਰਬਚਨ ਸਿੰਘ ਖੁਦ ਵੀ ਜ਼ਿੰਮੇਦਾਰ ਹੈਗੇ ਨੇ। ਮੈਨੂੰ ਲੱਗਦਾ ਕਿ ਇਹ ਮੌਕਾ ਤਾਂ ਹੈ, ਅਗਰ ਉਹਨਾਂ ਨੇ ਛੇੜ ਹੀ ਦਿੱਤਾ ਰਾਗ, ਤਾਂ ਜਿਵੇਂ ਕਹਿੰਦੇ ਹੁੰਦੇ ਆ ਕਿ ਫਿਰ ਤਾਂ ਹੁਣ ਸੰਗੀਤ ਵੱਜੇਗਾ ਹੀ। ਮੈਨੂੰ ਲੱਗਦਾ ਕਿ ਹਰਪ੍ਰੀਤ ਸਿੰਘ, ਗਿਆਨੀ ਹਰਪ੍ਰੀਤ ਸਿੰਘ ਵੀ ਸ਼ਾਇਦ ਉਸ ਦੇ ਉੱਤੇ ਕੰਮ ਕਰਨ ਕਿ ਹਾਂ, ਜਿਹੜੀ ਅੱਜ ਅਕਾਲੀ ਦਲ ਦੀ ਜਿਹੜੀ ਸਥਿਤੀ ਹੈ ਉਹ ਉਸ ਐਪੀਸੋਡ ਕਰਕੇ ਹੀ ਹੈ। ਜਦੋਂ ਅਸੀਂ ਇਹ ਗੱਲ ਕਰਦੇ ਹਾਂ ਜਲੰਧਰ ਦੀ ਇਲੈਕਸ਼ਨ ਦੀ, ਵੀ ਉੱਥੇ ਤੀਸਰੇ ਨੰਬਰ ਤੇ ਆਈ ਹੈ ਪਾਰਟੀ, ਤੇ ਜਿਹਦੇ ਵਿੱਚ ਸਭ ਤੋਂ ਜ਼ਿਆਦਾ ਸ਼੍ਰੇ ਜਿਹੜਾ ਹੈਗਾ ਉਹ ਬਸਪਾ ਦਾ, ਤਾਂ ਫਿਰ ਅਕਾਲੀ ਦਲ ਦੀ ਵੋਟ ਕਿੱਥੇ ਹੈ? ਇਹ ਸਾਰੀਆਂ ਚੀਜ਼ਾਂ ਨਵੇਂ ਸਿਰੇ ਤੋਂ ਤੈਅ ਹੋਣੀਆਂ ਨੇ। ਸੋ ਮੈਂ ਇਸ ਤੇ ਹੀ ਹੈ ਵੀ ਜੇ ਗਿਆਨੀ ਗੁਰਬਚਨ ਸਿੰਘ ਨੇ ਇਹ ਗੱਲ ਕਹੀ ਹੈ ਤਾਂ ਮੈਨੂੰ ਲੱਗਦਾ ਕਿ ਉਹਨਾਂ ਨੂੰ ਸ਼ਾਇਦ ਆਪਣੇ ਜਿਹੜੇ ਕੀਤੇ ਹੋਏ ਕੰਮ ਨੇ ਉਹ ਭੁੱਲ ਹੀ ਗਏ ਹੈਗੇ ਹੈ। ਮਤਲਬ ਕਿਸੇ ਤੇ ਉਂਗਲੀ ਚੱਕਣ ਤੋਂ ਪਹਿਲਾਂ ਇਹ ਵੀ ਖਿਆਲ ਰੱਖਣਾ ਚਾਹੀਦਾ ਵੀ 3 ਉਂਗਲਾਂ
ਆਪਣੇ ਵਾਲੇ ਪਾਸੇ ਵੀ ਆ ਜਾਂਦੀਆਂ ਨੇ। ਤੇ ਹੁਣ ਮੌਕਾ ਤਾਂ ਗਿਆਨੀ ਹਰਪ੍ਰੀਤ ਸਿੰਘ ਕੋਲ ਵੀ ਹੈਗਾ, ਤੇ ਜੇ ਉਹ ਇਹਦਾ ਮਤਲਬ ਲਾਹਾ ਲੈ ਜਾਣ ਤਾਂ ਲੋਹਾ ਗਰਮ ਹੈ, ਚੋਟ ਉਹ ਕਰ ਸਕਦੇ ਆ। ਦੇਖੋ, ਜਦੋਂ ਕਨਸੋਆਂ ਇਹ ਹੋਣ ਵੀ ਗਿਆਨੀ ਹਰਪ੍ਰੀਤ ਸਿੰਘ ਤੋਂ ਅਕਾਲੀ ਲੀਡਰਸ਼ਿਪ ਨਾ ਖੁਸ਼ ਹੈ, ਉਹਨਾਂ ਦੀ ਕਾਰਗੁਜ਼ਾਰੀ ਤੋਂ, ਪਿਛਲੇ ਕੁਝ ਦੌਰ ਦੀਆਂ ਘਟਨਾਵਾਂ ਤੋਂ, ਤੇ ਫਿਰ ਉਸ ਮੌਕੇ ਤੇ ਜੇ ਕਿਸੇ ਕਾਰਜਕਾਰੀ ਜਥੇਦਾਰ ਕੋਲੋਂ ਚਾਰਜ ਹੀ ਵਾਪਸ ਲੈਣਾ, ਔਰ ਅਜੇ ਤੱਕ ਉਹਨਾਂ ਦੀ ਆਪਣੀ ਜਿਹੜੀ ਰਿਹਾਇਸ਼ ਹੈ ਪੱਕੀ, ਉਹ ਵੀ ਤਖਤ ਸ੍ਰੀ ਦਮਦਮਾ ਸਾਹਿਬ 'ਚ ਹੀ ਹੈ, ਤੇ ਸਿਰਫ ਇੱਕ ਸਿੰਪਲ ਸ਼੍ਰੋਮਣੀ ਕਮੇਟੀ ਦਾ ਆਰਡਰ ਹੀ ਆਉਣਾ ਹੁੰਦਾ ਬਈ ਤੁਹਾਡੇ ਕੋਲ ਵਾਧੂ ਜਿਹੜੀਆਂ ਸੇਵਾਵਾਂ ਨੇ, ਵਾਧੂ ਚਾਰਜ ਹੈ, ਉਹ ਵਾਪਸ ਲਿਆ ਜਾਂਦਾ ਹੈ। ਤੇ ਕਈ ਵਾਰੀ ਵਿਅਕਤੀ ਫਿਰ ਲੱਤ ਡਾਹ ਕੇ, ਲੀਕ ਮਾਰ ਕੇ ਫੈਸਲੇ ਵੀ ਕਰ ਜਾਂਦੇ ਹੁੰਦੇ ਆ, ਇਸ ਤੋਂ ਪਹਿਲਾਂ ਕਿ ਅਕਾਲੀ ਦਲ ਦੀ ਲੀਡਰਸ਼ਿਪ ਜਾਂ ਸ਼੍ਰੋਮਣੀ ਕਮੇਟੀ ਕੋ ਫੈਸਲਾ ਲਵੇ। ਜੇ ਗਿਆਨੀ ਹਰਪ੍ਰੀਤ ਸਿੰਘ ਪੁਰਾਣੀ ਅਕਾਲ ਤਖਤ ਸਾਹਿਬ ਦੀ ਪੂਰੀ ਰਜੀਮ ਗਿਆਨੀ ਗੁਰਬਚਨ ਸਿੰਘ ਦੇ ਮੌਕੇ ਦੇ ਸਾਰੇ ਸਿੰਘ ਸਾਹਿਬਾਨ ਨੂੰ ਤਲਬ ਕਰ ਲੈਂਦੀ ਹੈ, ਤੇ ਉਸ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਨੂੰ ਲਾਉਣ ਦੀ ਪ੍ਰਕਿਰਿਆ ਪੂਰਾ ਵੱਡਾ ਪੰਥਕ ਕੌਮੀ ਮੁੱਦਾ ਬਣ ਜੂ। ਕਿਉਂਕਿ ਬੜੇ ਸੈਂਸਿਟਿਵ ਮੁੱਦੇ ਤੇ ਅਕਸਰ ਵਿਰਸਾ ਸਿੰਘ ਬਲਟੋਹਾ ਉਹਨਾਂ ਬਿਆਨ ਦਿੰਦੇ ਨੇ, ਔਰ ਜਦੋਂ ਬੋਲਦੇ ਨੇ ਨਾ ਤੇ ਕੌਮ ਦੇ ਵਿੱਚ ਇੱਕ ਮੈਸੇਜ ਜਾਂਦਾ ਹੈ, ਔਰ ਕੌਮ ਪੁੱਛਦੀ ਹੈ ਤੂੰ ਨਹੀਂ ਬੋਲਦੀ ਰਕਾਨੇ, ਤੂੰ ਨਹੀਂ ਬੋਲਦੀ, ਤੇਰੇ ਚ ਤੇਰਾ ਯਾਰ ਬੋਲਦਾ। ਕਿਉਂਕਿ ਅੱਜ ਜਦ ਗੱਲ ਚੱਲ ਰਹੀ ਹੈ ਜਥੇਦਾਰ ਸਾਹਿਬ ਦੀ, ਜਥੇਦਾਰ ਸਾਹਿਬ ਦੇਖੇ ਗਏ ਉਸ ਸਗਾਈ ਦੇ ਵਿੱਚ ਜਿਹੜੀ ਰਾਘਵ ਚੱਡਾ ਦੀ ਦਿੱਲੀ ਕਪੂਰਥਲਾ ਹਾਊਸ ਦੇ ਵਿੱਚ ਹੋਈ ਸੀ। ਉਹਨਾਂ ਨੇ ਪਹਿਲੇ ਇਹ ਕਿਹਾ ਵੀ ਕੌਮ ਦਾ ਗੁਰੂ ਰਾਖਾ, ਔਰ ਉਸ ਤੋਂ ਬਾਅਦ ਜਦ ਮੀਡੀਆ ਨਾਲ ਗੱਲਬਾਤ ਉਹਨਾਂ ਨੇ ਕੀਤੀ, ਸਿਰ ਖੁੱਲ ਕੇ ਆਪਣੇ ਵਿਚਾਰ ਪ੍ਰਗਟ ਕੀਤੇ। ਉਹਨਾਂ ਨੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਇਹ ਜ਼ਰੂਰ ਕਿਹਾ, ਦੇਖੋ ਦੀ ਜਥੇਦਾਰ ਸਾਹਿਬ ਨੂੰ ਉਸ ਆਮ ਰੋਡ ਤੇ ਉੱਥੇ ਗੱਡੀ ਆਪਣੀ ਖਿਲਾਰਨੀ ਪਈ, ਉੱਥੋਂ ਉਹ ਪੈਦਲ ਗਏ। ਮੈਨੂੰ ਬੜਾ ਦੁੱਖ ਹੋਇਆ ਕਿ ਵੀ ਉਹ ਵਿਅਕਤੀ ਉਹਨਾਂ ਦੇ ਵਿਆਹ 'ਚ ਜਾ ਰਿਹਾ, ਜਿਨ੍ਹਾਂ ਦੇ ਵਿਆਹ ਦੇ ਵਿੱਚ ਜਾਂ ਜਿਨ੍ਹਾਂ ਨੇ ਜਿਹੜਾ ਭਾਵੇਂ ਦਵਿੰਦਰਪਾਲ ਸਿੰਘ ਭੁੱਲਰ ਦੀ ਗੱਲ ਹੋਏ ਕਿ ਉਹਨਾਂ ਨੂੰ ਹਜੇ ਤੱਕ ਛੱਡਿਆ ਨਹੀਂ। ਮੈਨੂੰ ਇਹ ਲੱਗਦਾ ਹੈ ਕਿ ਇਹ ਕਰਤੇ ਗਏ ਹੋ। ਇਸ ਤੋਂ ਉੱਤੇ ਜਿਹੜੀ ਹੈ ਬਹਿਸ ਜਿਸ ਪਾਸੇ ਤੁਰ ਪਈ ਹੈ, ਹੁਣ ਇਹ ਕੁਮੰਤਰੀ ਹੈ ਪੱਧਰ ਦੀ ਬਹਿਸ ਹੋ ਜਾਣੀ ਹੈ, ਕਿਉਂਕਿ ਗਿਆਨੀ ਗੁਰਬਚਨ ਸਿੰਘ ਉਹਨਾਂ ਨੇ ਵੀ ਇੱਕ ਬਿਆਨ ਦੇ ਦਿੱਤਾ ਕਿ ਦਵਾਇਆ ਗਿਆ, ਕਿਉਂਕਿ ਅਕਸਰ ਉਹਨਾਂ ਦੇ ਉੱਤੇ ਇਹ ਇਲਜ਼ਾਮ ਲੱਗਦੇ ਨੇ ਕਿ ਮਾਫੀਆਂ ਉਹ ਦਵਾਉਂਦੇ ਵੀ ਰਹੇ ਨੇ ਉਹਨਾਂ ਤੋਂ, ਤੇ ਮਾਫੀਆਂ ਵਾਪਸ ਵੀ ਲੈਂਦੇ ਰਹੇ ਨੇ। ਉਹਨਾਂ ਮਾਫੀਆਂ ਦਾ ਜ਼ਿਕਰ ਹੁਣ ਅਗਰ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਕਰ ਦਿੰਦੇ ਨੇ, ਔਰ ਉਸ ਤੋਂ ਬਾਅਦ ਜਿਸ ਤਰੀਕੇ ਦੀ ਖਬਰਾਂ ਚੱਲ ਰਹੀ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਤੋਂ ਖੁਸ਼ ਨਹੀਂ ਹੈ ਅਕਾਲੀ ਦਲ, ਤੇ ਅਕਾਲੀ ਦਲ ਉਹਨਾਂ ਨੂੰ ਹਟਾ ਸਕਦੇ ਆ। ਇਹੀ ਕਾਰਨ ਹੈ ਕਿ ਹਜੇ ਤੱਕ ਉਹ ਐਕਟਿੰਗ ਹੀ ਚੱਲ ਰਹੇ ਨੇ, ਉਹਨਾਂ ਨੂੰ ਪੱਕੇ ਤੌਰ ਤੇ ਵੀ ਜਥੇਦਾਰ ਹਜੇ ਤੱਕ ਨਹੀਂ ਲਾਇਆ ਜਾ ਸਕਿਆ। ਇਹ ਇੱਕ ਬਹਿਸ, ਇਹ ਇੱਕ ਦ੍ਰਿਸ਼ ਹੈ, ਵੱਡਾ ਹੋ ਜਾਏਗਾ। ਇਹਨੂੰ ਕਿੰਨਾ ਕੁ ਵੱਡਾ ਕਰਨਾ ਚਾਹੁੰਦੇ ਨੇ, ਇਹ ਆਪਣੇ ਆਪ ਵਿੱਚ ਅਕਾਲੀ ਦਲ ਨੂੰ ਨਿੱਠ ਕੇ ਸੋਚਣਾ ਪਏਗਾ। ਕਈ ਵਾਰ ਜਦ ਤੁਸੀਂ ਕਿਸੇ ਮੁੱਦੇ ਨੂੰ ਵੱਡਾ ਕਰ ਦਿੰਦੇ ਹੋ ਤੇ ਉਹਦੇ ਨਾਲ ਦੇ ਮੁੱਦੇ ਵੀ ਖੜੇ ਹੋ ਜਾਂਦੇ ਨੇ, ਔਰ ਉਸ ਮੁੱਦਿਆਂ ਦੇ ਉੱਤੇ ਤੁਸੀਂ ਐਕਸ਼ਨ ਵੀ ਨਹੀਂ ਕੋਈ ਲੈ ਸਕਦੇ। ਹੁਣ ਬਲਟੋਹਾ ਸਾਹਿਬ ਨੇ ਪਹਿਲੀ ਵਾਰ ਜਿਹੜਾ ਬਿਆਨ ਦਿੱਤਾ ਸੀ ਕਿ ਵੀ ਅਕਾਲੀ ਦਲ ਤੇ ਭਾਜਪਾ ਦਾ ਅਲਾਈਅੰਸ ਹੋਣਾ ਚਾਹੀਦਾ ਹੈ, ਉਸ ਮੁੱਦੇ ਦੇ ਉੱਤੇ ਬਿਕਰਮ ਸਿੰਘ ਮਜੀਠੀਆ ਜਦ ਜਲੰਧਰ ਦੇ ਵਿੱਚ ਕੈਂਪੇਨ ਦੇ ਦੌਰਾਨ ਪ੍ਰੈਸ ਕਾਨਫਰੰਸ ਕਰ ਰਹੇ ਸੀ ਤੇ ਸਵਾਲ ਪੱਤਰਕਾਰਾਂ ਨੇ ਪੁੱਛ ਲਿਆ, ਤੇ ਜਵਾਬ ਕੀ ਸੀਗਾ? ਕਹਿੰਦੇ ਹੁਣ ਅਕਾਲੀ ਦਲ ਭਾਜਪਾ ਦਾ ਅਲਾਈਅੰਸ ਹੋਏਗਾ, ਕੀ ਇਹ ਬਲਟੋਹੇ ਤੈਅ ਕਰਨਗੇ? ਇਹ ਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਸੁਖਬੀਰ ਸਿੰਘ ਬਾਦਲ ਹੈ ਉਹਨਾਂ ਦਾ ਪ੍ਰੈਰੋਗੇਟਿਵ, ਉਹਨਾਂ ਨੇ ਫੈਸਲੇ ਲੈਣੇ ਆ। ਯਾਨੀ ਉਹ ਤਲਖੀ, ਕਿਉਂਕਿ ਬਲਟੋਹਾ ਸਾਹਿਬ ਇੱਕ ਟਾਈਮ ਵਿੱਚ ਮਜੀਠੀਆ ਸਾਹਿਬ ਦੇ ਬੜੇ ਕਲੋਜ਼ ਮੰਨੇ ਜਾਂਦੇ ਸੀ, ਔਰ ਇਹ ਬਿਆਨ ਦੇਣਾ ਕਿ ਹੁਣ ਬਲਟੋਹੇ ਤੈਅ ਕਰਨਗੇ, ਯਾਨੀ ਉਹਨਾਂ तमाम ਮੁੱਦਿਆਂ ਦੇ ਉੱਤੇ ਜਦ ਕਿਸੇ ਬਿਆਨ ਦੀ ਜ਼ਰੂਰਤ ਹੁੰਦੀ ਹੈ, ਔਰ ਬਲਟੋਹਾ ਸਾਹਿਬ ਤੋਂ ਬਿਆਨ ਵੀ ਇਸ ਕਰਕੇ ਕਈ ਵਾਰ ਦਵਾਇਆ ਜਾਂਦਾ ਹੈ ਕਿ ਉਸ ਬਿਆਨ ਨੂੰ ਵਾਪਸ ਲੈਣ ਦੀ ਵੀ ਲੋੜ ਪਏ ਤੇ ਲੈ ਲਓ। ਯਾਨੀ ਇਹ ਬਹਿਸ ਇੱਕ ਵੱਡੇ ਲੈਵਲ ਤੇ ਚਲੀ ਗਈ, ਔਰ ਗਿਆਨੀ ਹਰਪ੍ਰੀਤ ਸਿੰਘ ਹੋਣਾ ਪਹਿਲੀ ਵਾਰ ਨਹੀਂ ਹੈ ਕਿ ਏਦਾਂ ਦੇ ਵਿਆਹਾਂ ਦੇ ਵਿੱਚ, ਭਾਵੇਂ ਪੁਲਿਸ ਅਫਸਰਾਂ ਦੇ ਪੁੱਤਰਾਂ ਦੇ ਬੇਟੇ ਦੇ ਵਿਆਹ ਵਿੱਚ, ਮੈਂ ਆਪ ਦੇਖਿਆ ਉਹਨਾਂ ਨੂੰ ਇੱਕ ਪੁਲਿਸ ਅਫਸਰ ਦੇ ਬੇਟੇ ਦੀ ਵਿਆਹ ਦੇ ਵਿੱਚ, ਯਾਨੀ ਉਹ ਉੱਥੇ ਸ਼ਰਾਬਾਂ ਵੀ ਚੱਲਦੀ ਸੀ ਔਰ ਸਭ ਕੁਝ ਚੱਲ ਰਿਹਾ ਸੀਗਾ। ਇਹ ਆਬਜੈਕਸ਼ਨ ਅੱਜ ਤੋਂ ਪਹਿਲੇ ਕਿਉਂ ਨਹੀਂ ਹੋਇਆ? ਕਿ ਜਥੇਦਾਰ ਸਾਹਿਬ ਦੇ ਉੱਤੇ ਕੋਈ ਇਸ ਤਰ੍ਹਾਂ ਦੀ ਗਾਈਡਲਾਈਨਸ ਜਾਂ ਫਿਰ ਡੂਜ਼ ਐਂਡ ਡੋਂਟਸ ਤੈਅ ਕੀਤੇ ਗਏ ਨੇ ਕਿ ਜਥੇਦਾਰ ਸਾਹਿਬ ਇੱਥੇ ਨਹੀਂ ਜਾ ਸਕਦੇ ਤੇ ਇੱਥੇ ਜਾਣਗੇ? ਇਹ ਸਾਰੀ ਗੱਲਾਂ ਇੱਕ ਦੂਜੇ ਪਾਸੇ ਤੁਰ ਗਈ ਹੈ, ਔਰ ਉਹ ਬਹਿਸ ਕਿੱਥੇ ਜਾ ਕੇ ਖੜੀ ਹੋਏਗੀ ਇਹ ਗੱਲ ਤੇ ਪਤਾ ਲੱਗੇਗਾ ਬਾਅਦ ਚੋਂ। ਪਰ ਫਿਲਹਾਲ ਝੁੰਦਾ ਕਮੇਟੀ ਦੀ ਰਿਪੋਰਟ ਦੀ ਇੰਪਲੀਮੈਂਟੇਸ਼ਨ ਦੀ ਮੰਗ ਇੱਕ ਵਾਰ ਫੇਰ ਉੱਠ ਗਈ ਹੈ। ਮਨਪ੍ਰੀਤ ਸਿੰਘ ਅਯਾਲੀ ਉਹਨਾਂ ਨੇ ਪੰਗਾ ਪਾਤਾ ਸੀ ਅਕਾਲੀ ਦਲ ਦੇ ਵਿੱਚ ਜਦ ਪ੍ਰਧਾਨ ਦਾ ਅਸਤੀਫਾ ਮੰਗ ਲਿਆ ਸੀ। ਹੁਣ ਜਲੰਧਰ ਦੀ ਇਲੈਕਸ਼ਨ ਹਾਰਨ ਤੋਂ ਬਾਅਦ, ਯਾਨੀ ਜਲੰਧਰ ਦੀ ਇਲੈਕਸ਼ਨ ਤੋਂ ਬਾਅਦ ਹੁਣ ਇਹ ਫੇਰ ਇੱਕ ਝੁੰਦਾ ਕਮੇਟੀ ਦੀ ਗੱਲ ਤੁਰ ਪਈ ਹੈ। 42 ਰਿਕਮੈਂਡੇਸ਼ਨ ਸੀ, ਝੁੰਦਾ ਸਾਹਿਬ ਨੇ ਬਾਅਦ ਚੋਂ ਇੱਕ ਤਾਲੀ ਕਰਤੀ ਜਿਹਦੇ ਵਿੱਚ ਸਮੁੱਚੀ ਲੀਡਰਸ਼ਿਪ ਦੇ ਅਸਤੀਫੇ ਦੀ ਗੱਲ ਸੀ, ਇਨਕਲੂਡਿੰਗ ਪ੍ਰਧਾਨ। ਹਾਲਾਂਕਿ ਪ੍ਰਧਾਨ ਦਾ ਸ਼ਬਦ ਉੱਥੇ ਯੂਜ਼ ਨਹੀਂ ਕੀਤਾ ਗਿਆ ਸੀ, ਸਮੁੱਚੀ ਲੀਡਰਸ਼ਿਪ ਦੇ ਡਿਜ਼ਾਈਨ ਦੇ ਵਿੱਚ ਪ੍ਰਧਾਨ ਇਨਕਲੂਡ ਹੁੰਦਾ, ਇਹ ਗੱਲ ਮੰਨ ਕੇ ਕੀਤੀ ਜਾਂਦੀ ਹੈ। ਪਰ ਹਾਂ, ਉਹ 42 ਤੋਂ ਘਟਾ ਕੇ 41 ਰਿਕਮੈਂਡੇਸ਼ਨ ਦੇ ਉੱਤੇ ਗੱਲ ਅੱਗੇ ਤੁਰਨੀ ਹੋਈ। ਪਰ ਹੁਣ ਫੇਰ ਇੱਕ ਵਾਰ ਸਿਆਸੀ ਹਲਕੇ ਦੇ ਵਿੱਚ ਇਹ ਗੱਲ ਤੁਰ ਪਈ ਹੈ
ਕਿ ਸਾਨੂੰ ਜੇ ਅੱਗੇ ਵਧਣਾ ਹੈ ਕਿ ਉਹ ਤੇ ਆਪਣੇ ਆਪ ਵਿੱਚ ਇੱਕ ਪੰਥਕ ਮੁੱਦਿਆਂ ਦੇ ਉੱਤੇ ਕਿੱਦਾਂ ਖੜੇ ਹੋਣਾ ਤੇ ਕਦੋਂ ਬਹਿਣਾ ਹੈ, ਇਹਨਾਂ ਮੁੱਦਿਆਂ ਦੇ ਉੱਤੇ ਵੀ ਨਿੱਠ ਕੇ ਬਹਿਸ ਹੋਣੀ ਚਾਹੀਦੀ ਹੈ। ਹੁਣ ਇਹ ਬਹਿਸ ਕਿੰਨੀ ਕੁ ਉੱਤੇ ਜਾਏਗੀ, ਅਕਾਲੀ ਦਲ ਦੇ ਪ੍ਰਧਾਨ ਦੀ ਕਿੰਨੀ ਕੁ ਮੁਸੀਬਤਾਂ ਵੱਧ ਸਕਦੀ ਹੈ, ਇਹ ਤੇ ਆਉਣ ਵਾਲੇ ਟਾਈਮ ਵਿੱਚ ਪਤਾ ਲੱਗੇਗਾ। ਪਰ ਅਕਾਲੀ ਦਲ ਦਾ ਇਹ ਕਲੇਮ ਕਿ ਐਤਕੀ ਬਹੁਜਨ ਸਮਾਜ ਪਾਰਟੀ ਦੇ ਅਲਾਇੰਸ ਦਾ ਉਹਨਾਂ ਨੂੰ ਫਾਇਦਾ ਹੋਇਆ, ਜੇ ਫਾਇਦਾ ਹੋਇਆ ਤਦ ਜਾ ਕੇ ਉਹਨਾਂ ਨੂੰ ਜਲੰਧਰ ਦੀ ਬਾਈ ਇਲੈਕਸ਼ਨ ਦੇ ਵਿੱਚ 1,58,000 ਵੋਟ ਮਿਲੇ ਨੇ। ਅਗਰ ਇਹਦੇ ਵਿੱਚ ਬਹੁਜਨ ਸਮਾਜ ਪਾਰਟੀ ਦੀ ਅਲਾਇੰਸ ਦੇ ਨਾਲ ਫਾਇਦਾ ਹੋਇਆ ਤੇ ਅਕਾਲੀ ਦਲ ਦੇ ਵੋਟ ਕਿੱਥੇ ਹੈ? 2 ਲੱਖ ਵੋਟ 2019 ਦੇ ਵਿੱਚ ਤੇ ਸਿਰਫ ਬਹੁਜਨ ਸਮਾਜ ਪਾਰਟੀ ਦੇ ਸੀਗੇ, ਔਰ 2 ਲੱਖ ਤੋਂ ਵੱਧ ਜੇ ਭਾਜਪਾ ਦਾ ਸ਼ੇਅਰ 3,66,000 ਤੋਂ ਕੱਢ ਦੋ ਤੇ 2 ਲੱਖ ਦੇ ਕਰੀਬ ਅਕਾਲੀ ਦਲ ਦੇ ਵੀ ਵੋਟ ਸੀਗੇ। ਏਦਾਂ ਤੇ 4 ਲੱਖ ਵੋਟ ਹੋਣੇ ਚਾਹੀਦੇ ਸੀ, ਮਿਲੇ ਕਿੰਨੇ? 1,58,000। ਅਕਾਲੀ ਦਲ ਦੇ ਵੋਟ ਕੀ ਨੇ? ਇਹ ਵੀ ਅਕਾਲੀਆਂ ਦੇ ਵਿੱਚ ਗੱਲ ਚੱਲ ਰਹੀ ਹੈ। ਇਹਦਾ ਮਤਲਬ ਅਕਾਲੀਆਂ ਨੂੰ ਆਪ ਦੇ ਕੋਈ ਵੋਟ ਮਿਲੇ ਹੀ ਨਹੀਂ, ਸਾਰੇ ਬਹੁਜਨ ਸਮਾਜ ਪਾਰਟੀ ਦੇ ਮਿਲ ਗਏ। ਇਸ ਸਵਾਲ ਦੇ ਉੱਤੇ ਹੁਣ ਅਕਾਲੀ ਦਲ ਵੀ ਚੁੱਪੀ ਸਾਧ ਗਿਆ। ਉਹ ਹੁਣ ਬਹੁਜਨ ਸਮਾਜ ਪਾਰਟੀ ਦੇ ਵੋਟ ਮਿਲੇ ਇਹਦੇ ਵਿੱਚ ਵੀ ਚੁੱਪ ਹੋ ਜਾਂਦੇ, ਨਹੀਂ ਮਿਲੇ ਇਹਦੇ ਉੱਤੇ ਵੀ ਚੁੱਪ ਹੋ ਗਏ। ਜੀ ਇੰਦਰਪ੍ਰੀਤ ਜੀ, ਇਸੇ ਗੱਲ ਨੂੰ ਥੋੜਾ ਜਿਹਾ ਅੱਗੇ ਵਧਾ ਲਈਏ, ਹਾਲਾਂਕਿ ਅਸੀਂ ਬਹੁਤ ਅੱਗੇ ਲੰਘ ਆਏ ਆ, ਪਰ ਮੁੱਦਾ ਨਿੱਠ ਕੇ ਐਡਰੈਸ ਕਰਨ ਵਾਲਾ ਹੈ। ਜਦੋਂ ਅਕਾਲੀ ਦਲ ਸੰਕਟ 'ਚ ਹੈ ਤਾਂ ਇਹ ਗੱਲ ਅੰਦਰੋਂ ਨਿਕਲ ਕੇ ਆਈ ਸੀਗੀ ਕਿ ਹੁਣ ਔਖੇ ਫੈਸਲੇ ਸਾਰੇ ਲੈ ਲਓ, ਇਸ ਤੋਂ ਵੱਧ ਨੁਕਸਾਨ ਕੀ ਹੋ ਜੂ। ਉਦੋਂ ਸਾਰੇ ਬੰਦੇ ਬਾਹਰ ਕੱਢੇ ਗਏ, ਬੀਬੀ ਜਗੀਰ ਕੌਰ ਤੇ ਉੱਤੇ ਵੀ ਸਖਤ ਫੈਸਲਾ ਲਿਆ, ਜਗਮੀਤ ਬਰਾੜ ਤੇ ਵੀ ਲਿਆ, ਹੋਰ ਵੀ ਕਈ ਬੰਦਿਆਂ ਨੂੰ ਜਿਹੜੇ ਭਾਣਾ ਮੰਨ ਕੇ ਠੀਕ ਸੀ, ਬਾਕੀਆਂ ਨੂੰ ਨੋਟਿਸ ਵੀ ਭੇਜੇ। ਤੇ ਹੁਣ ਫਿਰ ਅਜੇ ਵੀ ਇਸ ਸਥਿਤੀ 'ਚ ਅਕਾਲੀ ਦਲ ਹੈ ਕਿ ਇਸ ਤੋਂ ਵੱਧ ਕੀ ਨੁਕਸਾਨ ਹੈ। ਇੱਕ ਵਾਰੀ ਨਿੱਠ ਕੇ ਆਰ ਪਰ ਕਰ ਹੀ ਲਓ। ਜੇਕਰ ਗਿਆਨੀ ਹਰਪ੍ਰੀਤ ਸਿੰਘ ਸੰਬੰਧੀ ਵੀ ਕੋਈ ਸਖਤ ਫੈਸਲਾ ਲਿਆ ਜਾਂਦਾ ਹੈ, ਮੰਨ ਲਓ, ਤੇ ਕੀ ਆਉਂਦੇ ਦਿਨਾਂ ਦੇ, ਕਿਉਂਕਿ ਜਦੋਂ ਗੁਰਪ੍ਰਤਾਪ ਸਿੰਘ ਵਡਾਲਾ ਦੀਆਂ ਜੇ ਸਟੇਟਮੈਂਟਾਂ ਨੂੰ ਦੇਖੋ ਜਿਹੜੀਆਂ ਉਹਨਾਂ ਪਰਸੋਂ ਦਿੱਤੀਆਂ ਸੀ, ਤੇ ਉਹ ਕਹਿੰਦੇ ਨੇ ਕਿ 2022 ਦੇ ਵਿੱਚ ਤਾਂ ਸਾਡੇ ਖਿਲਾਫ ਸੋਸ਼ਲ ਮੀਡੀਆ ਤੇ ਕੰਪੇਨ ਸੀ, ਇਸ ਵਾਰੀ ਕਿਹੜੀ ਕੰਪੇਨ ਸੀ? ਜੇ ਅਸੀਂ ਹਰੇ ਆ ਸਾਨੂੰ ਮੁਲਾਂਕਣ ਕਰਨਾ ਚਾਹੀਦਾ। ਦੁਆਬੇ ਦੇ ਵਿੱਚ ਜੇ ਸਾਡੀ ਇਹ ਸਥਿਤੀ ਹੋਈ ਆ, 2 ਸੀਟਾਂ ਨੂੰ ਛੱਡ ਕੇ ਅਸੀਂ ਬਹੁਤ ਪੇਤਲੀ ਹਾਲਤ ਵਿੱਚ ਗਏ ਆ, ਤੇ ਇਹਦੀ ਜ਼ਿੰਮੇਵਾਰੀ ਸਾਨੂੰ ਲੈਣੀ ਪਊਗੀ। ਸੋ ਗੁਰਪ੍ਰਤਾਪ ਸਿੰਘ ਵਡਾਲਾ ਉਹਨਾਂ ਆਗੂਆਂ ਚ ਆਉਂਦੇ ਨੇ ਜਿਹੜੇ ਮਨਪ੍ਰੀਤ ਅਯਾਲੀ ਦੀ ਸੁਰ ਦੇ ਵਿੱਚ ਸੁਰ ਮਿਲਾਉਂਦੇ ਸੀ, ਔਰ ਉਹ ਟਕਸਾਲੀ ਪਰਿਵਾਰਾਂ ਚੋਂ ਵੀ ਆਉਂਦੇ ਨੇ। ਕੀ ਹੁਣ ਇਹ ਕਾਫਲਾ ਫਿਰ ਇੱਕ ਵਾਰੀ ਵੱਡਾ ਹੋਊਗਾ? ਤੇ ਕੀ ਸੁਖਬੀਰ ਸਿੰਘ ਬਾਦਲ ਜਾਂ ਬਾਦਲ ਪਰਿਵਾਰ ਇੱਕ ਵਾਰੀ ਫਿਰ ਲੀਕ ਮਾਰ ਕੇ ਉਹਨਾਂ ਲੋਕਾਂ ਨੂੰ ਬਾਹਰ ਦਾ ਰਸਤਾ ਵਿਖਾ ਦੂਗਾ? ਇਹ ਅੰਦਰ ਚੱਲ ਰਹੀ ਹੈ ਗੱਲ, ਔਰ ਇਹ ਮੰਨਿਆ ਜਾ ਰਿਹਾ ਕਿ ਕਿਸੇ ਵੀ ਕੀਮਤ ਦੇ ਉੱਤੇ ਕੋਈ ਵੀ ਬਗਾਵਤ ਬਰਦਾਸ਼ਤ ਨਹੀਂ ਕੀਤੀ ਜਾਊਗੀ। ਇਸ ਤੋਂ ਵੱਡੇ ਨੁਕਸਾਨਾਂ ਦੀ ਕੋਈ ਤਵੱਕੋ ਹੁੰਦੀ ਨਹੀਂ। ਤੇ ਜੇ ਜੋ ਵੀ ਕਰਨਾ ਉਹ ਇੰਨਾ ਨਿੱਠ ਕੇ ਕਰੋ ਕਿ ਕੋਈ ਵੀ ਇੱਕ ਸੁਰ ਜਿਹੜੀ 10 ਹੋਰ ਸੁਰਾਂ ਨੂੰ ਉਭਾਰਨ ਚ ਜੇ ਕਿਤੇ ਆਪਣਾ ਯੋਗਦਾਨ ਪਾਉਂਦੀ ਹੋਵੇ ਤੇ ਉਹਨੂੰ ਪਹਿਲਾਂ ਹੀ ਜਿਹੜਾ ਮਿਨੀਮਾਈਜ਼ ਕਰ ਦਿਓ। ਕੀ ਕਹਿੰਦੇ ਹੋ? ਬਿਲਕੁਲ ਠੀਕ ਹੈ ਰੰਧਾਵਾ ਸਾਹਿਬ, ਜਿਹੜੀ ਵੀ ਹੁਣ ਅਕਾਲੀ ਦਲ ਦੀ ਸਥਿਤੀ ਹੋ ਗਈ ਹੈ, ਮੈਨੂੰ ਲੱਗਦਾ ਕਿ ਇਸ ਤੋਂ ਮਾੜੀ ਸਥਿਤੀ ਤਾਂ ਨਹੀਂ ਹੋ ਸਕਦੀ। 2017 ਦਾ ਇਲੈਕਸ਼ਨ ਦੇਖ ਲਈਏ, ਚਾਹੇ ਉਦੋਂ ਠੀਕ ਹੈ ਫਿਰ ਵੀ 15 ਸੀਟਾਂ ਆ ਗਈਆਂ ਸੀ, ਲੇਕਿਨ ਜਿਹੜੀਆਂ 2022 ਚ ਹੈ ਉਸ ਤੋਂ ਪਾਰਟੀ ਬਿਲਕੁਲ ਸਿਮਟ ਕੇ 3 ਤੇ ਆ ਗਈ ਹੈ। ਇਸ ਤੋਂ ਜ਼ਿਆਦਾ ਹੋਰ ਮਾੜੀ ਕੀ ਹੋਣੀ ਹੈ? ਵੈਸੇ ਵੀ ਜਿਹੜੀ ਇੱਕ ਪਾਰਲੀਮੈਂਟ ਇਲੈਕਸ਼ਨ ਹੋਈ ਹੈ 2019 ਵਾਲੀ, ਉਸ 'ਚ ਵੀ ਸਿਰਫ 2 ਸੀਟਾਂ ਹੀ ਆਈਆਂ ਨੇ। ਸੋ ਇਹ ਮੌਕਾ ਜ਼ਰੂਰ ਹੈ, ਔਰ ਗੁਰਪ੍ਰਤਾਪ ਵਡਾਲਾ ਠੀਕ ਕਹਿ ਰਹੇ ਨੇ। ਅਸਲ ਦੇ ਵਿੱਚ ਮੈਨੂੰ ਲੱਗਦਾ ਕਿ ਪਾਰਟੀ ਕੋਲ ਇੱਕ ਵੱਡੇ ਪੰਥਕ ਚਿਹਰੇ ਦੀ ਲੋੜ ਹੈ, ਜਿਹੜੀ ਹਜੇ ਤੱਕ ਪਾਰਟੀ ਨੂੰ ਕੋਈ ਮਿਲ ਨਹੀਂ ਰਿਹਾ। ਜਦ ਤੱਕ ਉਹ ਨਹੀਂ ਮਿਲ ਰਿਹਾ ਹੁੰਦਾ ਤਾਂ ਤੱਕ ਜਿਹੜੇ ਐਕਚੁਅਲੀ ਅਕਾਲੀ ਦਲ ਦਾ ਵੋਟ ਹੀ ਪੰਥਕ ਵੋਟ ਹੈ, ਜਿਹੜਾ ਕੋਰ ਵੋਟ ਜਿਹਨੂੰ ਅਸੀਂ ਕਹਿੰਦੇ ਹਾਂ, ਕੋਰ ਵੋਟ ਤਾਂ ਉਹਨਾਂ ਦਾ ਪੰਥਕ ਵੋਟ ਹੀ ਹੈ। ਬਾਕੀ ਠੀਕ ਹੈ, ਉਹਨਾਂ ਨੇ ਇੱਕ ਆਪਣੀ ਜਿਹਨੂੰ ਕਹਿੰਦੇ ਸੈਕੂਲਰਿਜ਼ਮ ਵੀ ਦਿਖਾਇਆ ਕਿ ਸਾਡੇ ਚ ਸਾਰੇ ਵੀ ਆ ਸਕਦੇ ਆ, ਉਹ ਆ ਸਕਦੇ ਆ, ਲੇਕਿਨ ਉਹ ਮੌਕੇ ਦੇ ਮੌਕੇ ਆਉਂਦੇ ਆ। ਜਦੋਂ ਉਹਨਾਂ ਨੂੰ ਲੱਗਦਾ ਕਿ ਪਲੜਾ ਭਾਰੀ ਹੈ ਤਾਂ ਆ ਜਾਓ, ਨਹੀਂ ਤਾਂ ਫਿਰ ਕਿਤੇ ਹੋਰ ਚਲੇ ਜਾਓ। ਪਰ ਇੱਥੇ ਜਿਹੜਾ ਕੋਰ ਵੋਟਰ ਹੈ ਉਹ ਅਕਾਲੀ ਦਲ ਦਾ ਜਿਹੜੇ ਰੂਰਲ ਸੈਕਟਰ ਚ ਨੇ ਜਾਂ ਹੋਰ ਪੰਥਕ ਵੋਟਰ ਨੇ ਉਹ ਹੀ ਨੇ, ਤੇ ਉਹ ਇੰਨਾ ਕੁ ਨਿਰਾਸ਼ ਹੋ ਚੁੱਕਿਆ ਕਿ ਇਸ ਇਲੈਕਸ਼ਨ ਨੂੰ ਦੇਖੀਏ ਹੁਣ 54% ਵੋਟਿੰਗ ਹੋਈ ਹੈ। ਇਹਦਾ ਮਤਲਬ ਕੀ ਹੈ ਕਿ ਇਹ 46% ਤਾਂ ਲੋਕ ਆਏ ਨਹੀਂ। ਮੇ ਵੀ ਉਹਦੇ ਚ ਬਹੁਤ ਸਾਰੇ ਇਹੋ ਜਿਹੇ ਲੋਕ ਹੋਣ ਜਿਹੜੇ ਆਪਣੀ ਪਾਰਟੀ ਤੋਂ ਇੰਨੇ ਨਿਰਾਸ਼ ਹੋਏ ਬੈਠੇ ਹੈ, ਉਹ ਘਰਾਂ 'ਚ ਬੈਠ ਗਏ। ਸੋ ਇਹਨਾਂ ਨੂੰ ਕਿਸ ਤਰ੍ਹਾਂ ਦੁਬਾਰਾ ਇਕੱਠਾ ਕਰਨਾ ਹੈ? ਹੁਣ ਗੱਲਾਂ ਹੋ ਰਹੀਆਂ ਬਾਰ-ਬਾਰ ਵੀ ਜਿਹੜਾ ਵੀ ਥੋੜਾ ਜਿਹਾ ਵੀ ਵਿਰੋਧ ਚ ਬੋਲੇ ਉਹਨੂੰ ਛਾਂਗ ਦਿਓ, ਬਾਹਰ ਕੱਢ ਦਿਓ ਪਾਰਟੀ। ਬਜਾਏ ਇਹਦੇ ਕੀ ਭਾਈ ਉਹ ਜਿਹੜੇ ਇਸ਼ੂ ਉਠਾ ਰਿਹਾ ਹੈ, ਕੀ ਅਸੀਂ ਉਹ ਇਸ਼ੂ ਰਿਜ਼ੋਲਵ ਕਰਨੇ ਆ ਕਿ ਨਹੀਂ ਕਰਨੇ? ਬੰਦੇ ਤੁਸੀਂ ਕੱਢੀ ਜਾਓਗੇ ਤੇ ਫਿਰ ਤਾਂ ਬਿਲਕੁਲ ਹੀ ਸੀਮਿਤ ਹੋ ਕੇ ਰਹਿ ਜਾਓਗੇ। ਮੈਨੂੰ ਇਹ ਲੱਗਦਾ ਕਿ ਹੁਣ ਮੌਕਾ ਇਹ ਜਿਹੜੀ ਤੁਸੀਂ ਗੱਲ ਨਿੱਠ ਕੇ ਬੈਠਣ ਵਾਲੀ ਕਰਦੇ ਹੋ, ਨਿੱਠ ਕੇ ਬੈਠਣ ਵਾਲੀ ਗੱਲ ਦੇ ਵਿੱਚ ਇਹ ਨਹੀਂ ਹੈ ਕਿ ਅਸੀਂ ਕਿਹੜੇ ਬੰਦੇ ਨੂੰ ਕੱਢਣਾ ਹੈ, ਇਹ ਹੈ ਕਿ ਕਿਹੜੇ ਬੰਦੇ ਜਿਹੜੇ ਸਾਡੇ ਸੀਗੇ, ਸਾਡੇ ਬਹੁਤ ਵੱਡੇ ਲੀਡਰ ਰਹੇ ਨੇ, ਉਹਨੂੰ ਕਿਸ ਤਰ੍ਹਾਂ ਆਪਣੇ ਨਾਲ ਲਗਾਣਾ ਹੈ। ਪਲੱਸ ਉਹਨਾਂ ਨੇ ਜਿਹੜੇ ਇਸ਼ੂਜ਼ ਉਠਾਏ ਹੋਏ ਆ, ਚਾਹੇ ਚੁੰਦਾ ਕਮੇਟੀ ਦੀ ਰਿਪੋਰਟ 'ਚ ਹੀ ਹੈ, ਬਹੁਤ ਸਾਰੇ ਇਸ਼ੂਜ਼ ਨੇ ਉਹਦੇ ਵਿੱਚ, ਉਹਨਾਂ ਨੂੰ ਹੱਲ ਕਿਵੇਂ ਕਰਨਾ ਹੈ, ਇਹਨਾਂ ਦੇ ਉੱਤੇ ਗੱਲ ਕਰਨੀ ਬਣਦੀ ਹੈ। ਮੈਨੂੰ ਲੱਗਦਾ ਕਿ ਅਗਰ ਜਦ ਤੱਕ ਇਹ ਨਹੀਂ ਹੋਊਗਾ
ਦੇਖੋ ਹੁਣ 4 ਸਾਲ ਪਏ ਨੇ, ਜੇ ਅਸੀਂ ਪਾਰਲੀਮੈਂਟ ਇਲੈਕਸ਼ਨ ਨੂੰ ਛੋੜ ਵੀ ਦਈਏ ਤਾਂ ਜਿਹੜੀ ਵਿਧਾਨ ਸਭਾ ਇਲੈਕਸ਼ਨ ਹੈ ਜਿਸ ਦੇ ਉੱਤੇ ਪਾਰਟੀ ਦੀ ਖਾਸ ਨਜ਼ਰ ਰਹਿਣੀ ਹੈ, ਉਦੋਂ 4 ਸਾਲ ਪਏ ਨੇ ਤੇ ਵੱਡਾ ਸਪੇਸ ਹੈਗਾ ਇਸ ਟਾਈਮ ਕਿ ਤੁਸੀਂ ਇਸ ਟਾਈਮ ਕੰਮ ਕਰ ਸਕਦੇ ਹੋ, ਜ਼ੋਰ ਨਾਲ ਕੰਮ ਕਰ ਸਕਦੇ ਹੋ। ਪਰ ਜੇ ਫਿਰ ਵੀ ਇਸੇ ਭਰੋਸੇ ਤੇ ਹੀ ਰਹਿਣਾ ਹੈ ਕਿ ਆਪਾਂ ਜਿਹੜੇ ਆਪਣਾ ਵਿਰੋਧ ਕਰ ਰਹੇ ਉਹਨੂੰ ਕੱਢ ਦੋ ਤਾਂ ਲੋਕ ਸਾਡੇ ਨਾਲ ਰਹਿ ਜਾਣਗੇ, ਫਿਰ ਮੈਨੂੰ ਨਹੀਂ ਲੱਗਦਾ ਕਿ ਦੇਖੋ ਹਰ ਬੰਦੇ ਨਾਲ ਕੁਝ ਨਾ ਕੁਝ ਲੋਕ ਜੁੜੇ ਹੁੰਦੇ ਆ, ਉਹ ਸਾਰੇ ਲੋਕ ਜੁੜ ਕੇ ਹੀ ਇੱਕ ਸਟਰੈਂਥ ਬਣਾਉਂਦੇ ਆ। ਔਰ ਜੇ ਉਹ ਸਟਰੈਂਥ ਹੀ ਕਮਜ਼ੋਰ ਹੋ ਜਾਂਦੀ ਹੈ ਤਾਂ ਮੈਨੂੰ ਲੱਗਦਾ ਕਿ ਜਿਹੜੀ ਲੋਕਲ ਲੀਡਰਸ਼ਿਪ ਹੁੰਦੀ ਹੈ, ਜਿਸ ਤਰ੍ਹਾਂ ਨੂੰ ਕਹਿੰਦੇ ਨੇ ਵੀ ਜ਼ਿਲ੍ਹਿਆਂ ਦੀ ਜਾਂ ਸੀਟਾਂ ਦੀ ਆਪਣੀ ਆਪਣੀ ਸੀਟ ਦੀ ਲੋਕਲ ਲੀਡਰਸ਼ਿਪ ਹੈ, ਉਹਨੂੰ ਮਜ਼ਬੂਤ ਕੀਤੇ ਬਿਨਾ ਪਾਰਟੀ ਅਗਰ ਸਟੇਟ ਲੈਵਲ ਤੇ ਚਾਹੇ ਕਿ ਉਹ ਮਜ਼ਬੂਤ ਹੋ ਜਾਏਗੀ, ਮੈਨੂੰ ਇਹਦੇ 'ਚ ਸ਼ੱਕ ਹੈ ਪਾਰਟੀ ਮਜ਼ਬੂਤ ਨਹੀਂ ਹੋ ਸਕਦੀ ਇਹਦੇ ਨਾਲ। ਮੈਂ ਦੋ ਗੱਲਾਂ ਇਹਦੇ ਵਿੱਚ ਕਰਕੇ ਗੱਲ ਖਤਮ ਕਰ ਦੂੰਗਾ। ਪਹਿਲੀ ਗੱਲ ਤਾਂ ਇਹ ਕਿ ਜਿਹੜਾ ਤੁਸੀਂ ਸਵਾਲ ਉਠਾਇਆ ਕਿ ਕੋਈ ਪੰਥਕ ਚਿਹਰਾ ਲਿਆਓ, ਸੁਖਬੀਰ ਸਿੰਘ ਬਾਦਲ ਜੇ ਸਾਨੂੰ ਸੁਣਦੇ ਹੋਣਗੇ ਤੇ ਉਹ ਪੁੱਛਣਗੇ ਇੰਦਰਪ੍ਰੀਤ ਸਿੰਘ ਤੂੰ ਹੀ ਦੱਸ ਦੇ ਮੈਂ ਪੰਥਕ ਚਿਹਰਾ ਹੋਰ ਕਿੱਥੋਂ ਲਿਆਵਾਂ। ਅਕਾਲੀ ਦਲ ਦੀ ਪੂਰੀ ਜਿੰਨੀ ਲੀਡਰਸ਼ਿਪ ਉੱਤੇ ਝਾਤੀ ਮਾਰ ਕੇ ਦੇਖੋ ਕਿਹੜਾ ਬੰਦਾ ਲਿਆ ਸਕਦੇ ਹੋ। ਮੇਰੇ ਖਿਆਲ ਸਭ ਤੋਂ ਵੱਡਾ ਸੰਕਟ ਇਹ ਹੈ ਕਿ ਪਾਰਟੀ ਲਈ ਲੀਡਰਸ਼ਿਪ ਜਿੱਥੋਂ ਪੈਦਾ ਹੋ ਰਹੀ ਸੀ, ਸਭ ਤੋਂ ਪਹਿਲਾਂ ਉਹ ਸੰਸਥਾਵਾਂ ਮਰੀਆਂ ਤੇ ਉਹ ਹੁਣ ਇਸ ਵੇਲੇ ਥੱਲਿਓਂ ਉੱਭਰ ਕੇ ਜਿਹਨੂੰ ਕਹਿੰਦੇ ਗਰੂਮਿੰਗ ਦੀ ਸਥਿਤੀ 'ਚ ਜਾਂ ਨਰਸਰੀ, ਉਹ ਖਤਮ ਹੋ ਚੁੱਕੀ ਆ ਤੇ ਉੱਪਰਲੀ ਲੀਡਰਸ਼ਿਪ ਜਿਹੜੀ ਆ ਉਹ ਹੁਣ ਕ੍ਰੈਡੀਬਲ ਨਹੀਂ ਰਹੀ। ਪੂਰੇ ਸਿੱਖ ਭਾਈਚਾਰੇ ਚੋਂ ਕੋਈ ਆਗੂ ਅਕਾਲੀ ਦਲ ਦੀ ਅਗਵਾਈ ਕਰੇ, ਕੋਈ ਅੱਜ ਤੱਕ ਬਾਦਲ ਪਰਿਵਾਰ ਦੇ ਖਿਲਾਫ ਖੜਾ ਹੋ ਕੇ ਵੀ ਕਾਮਯਾਬ ਕਿਉਂ ਨਹੀਂ ਹੋ ਸਕਿਆ? ਕਿਉਂਕਿ ਉਹਨਾਂ 'ਚ ਆਪਣੇ 'ਚ ਵੀ ਕੋਈ ਦਮ ਨਹੀਂ ਲੱਗਿਆ, ਉਹਨਾਂ 'ਚ ਆਪਣੇ ਵਿੱਚ ਕੋਈ ਕ੍ਰੈਡੀਬਿਲਿਟੀ ਸੀ ਨਹੀਂ। ਇਹ ਸਵਾਲ ਲੋਕ ਉਠਾਉਂਦੇ ਆ, ਕਿਉਂ ਨਹੀਂ ਕੋਈ ਹੋਰ ਵੀ ਸਥਾਪਿਤ ਹੋ ਸਕਿਆ? ਕਿਸੇ ਨੇ ਕਿਸੇ ਨੂੰ ਸਮਰਥਨ ਕਿਉਂ ਨਹੀਂ ਦਿੱਤਾ? ਸਿਮਰਨਜੀਤ ਸਿੰਘ ਮਾਨ ਇੱਕ ਗਰਮ ਧਾਰਾ 'ਚ ਬਹਿੰਦੇ ਨੇ, ਜਿੰਨੇ ਕੁ ਲੋਕ ਉਹਨਾਂ ਨੂੰ ਪੈ ਜਾਂਦੇ ਆ ਉਹਦੇ ਨਾਲ ਉਹਨਾਂ ਦਾ ਥੋੜਾ ਤੁਰਿਆ ਜਾਂਦਾ ਸਿਆਸੀ ਆਪਣਾ ਕੈਰੀਅਰ। ਪਰ ਸਵਾਲ ਦੂਜਾ ਇੱਥੇ ਬਹੁਤ ਅਹਿਮ ਆ ਇੰਦਰਪ੍ਰੀਤ ਜੀ। ਮੈਂ ਦਿੱਲੀ ਦੇ ਉਹਨਾਂ ਸਿਆਸੀ ਘੇਰਿਆਂ ਦੇ ਵਿੱਚ ਨੌਕ ਕਰ ਰਿਹਾ ਸੀ ਜਿਹੜੇ ਅਕਸਰ ਮੂੰਹ ਬੰਦ ਰੱਖਦੇ ਆ, ਚੁੱਪ ਵੱਟ ਰੱਖਦੇ ਆ, ਬੁੱਲ ਸੀ ਰੱਖਦੇ ਆ, ਪਰ ਮੈਂ ਉੱਥੋਂ ਇਹ ਗੱਲ ਕੱਢੀ ਕਿ ਬੀਜੇਪੀ ਅਕਾਲੀ ਦਲ ਨਾਲ ਸਮਝੌਤਾ ਕਰਨ ਨੂੰ ਰੈਡੀ ਆ ਔਰ ਬੀਜੇਪੀ ਕਦੇ ਨਹੀਂ ਚਾਹੁੰਦੀ ਵੀ ਉਹ ਅਕਾਲੀ ਦਲ ਨੂੰ ਛੋਟੇ ਭਾਈਵਾਲ ਵਜੋਂ ਲਵੇ, ਕਿਉਂਕਿ ਉਹ ਜਿਹੜੀ ਸਿਖਰਲੀ ਲੀਡਰਸ਼ਿਪ ਆ, ਇਹਨਾਂ ਦੇ ਥਿੰਕ ਟੈਂਕ ਆ, ਇਹਨਾਂ ਦੀ ਬੀਜੇਪੀ ਦੀ ਆਪਣੀ ਲੀਡਰਸ਼ਿਪ ਆ ਜਿਹੜੀ ਸਰਕਾਰਾਂ ਦਾ ਵੀ ਹਿੱਸਾ ਹੈ, ਉਹ ਇਹ ਦਾਅਵਾ ਕਰਦੀ ਹੈ ਕਿ ਜੇ ਅਸੀਂ ਪੰਜਾਬ 'ਚ ਅਕਾਲੀ ਦਲ ਨੂੰ ਆਪਣੇ ਨਾਲੋਂ ਛੋਟੇ ਪਾਰਟਨਰ ਵਜੋਂ ਲਿਆਉਂਦੇ ਆ ਤੇ ਸਾਨੂੰ ਹਾਸਲ ਕੁਝ ਨਹੀਂ ਹੁੰਦਾ। ਸਾਨੂੰ ਇਸ ਖਿੱਤੇ ਦੀ ਜਿਹੜੀ ਬਹੁਗਿਣਤੀ ਆ ਉਹਨੂੰ ਉੱਪਰ ਹੀ ਰੱਖਣਾ ਪਊਗਾ, ਭਾਵੇਂ ਉਹਨਾਂ ਨੂੰ ਅਸੀਂ 19-21 ਦੇ ਰੂਪ 'ਚ ਹੀ ਰੱਖੀਏ, ਭਾਵੇਂ ਉਹਨਾਂ ਨੂੰ ਪਾਰਲੀਮੈਂਟ 'ਚ 7 ਸੀਟਾਂ ਦੇ ਕੇ ਆਪ 6 ਤੇ ਆਈਏ, ਫਿਰ ਸਾਡੀ ਸਰਵਾਈਵਲ ਸੰਭਵ ਹੈ। ਕਿਉਂਕਿ ਸਿੱਖ ਚਿਹਰੇ ਉਹ ਸਾਡੇ ਤੋਂ ਵੱਡੇ ਹੋਣੇ ਚਾਹੀਦੇ ਆ, ਫਿਰ ਸਾਨੂੰ ਫਾਇਦਾ। ਜਦੋਂ ਉਹ ਲੋਕ ਇੰਜ ਸੋਚ ਰਹੇ ਆ ਤੇ ਜਿਹੜੀ ਅਕਾਲੀ ਦਲ ਦੀ ਲੀਡਰਸ਼ਿਪ ਹੈ ਉਹ ਕੀ ਸੋਚ ਰਹੀ ਆ, ਇਹ ਦਾਇਰਾ ਬੜਾ ਸੀਮਿਤ ਹੋ ਗਿਆ। ਅੱਗੇ ਚੱਲਦੇ ਆ, ਤੇਜ਼ੀ ਨਾਲ ਚੱਲਦੇ ਆ। ਭਾਸਕਰ ਸਾਹਿਬ, ਸਵਾਲ ਕੇਜਰੀਵਾਲ ਸਾਹਿਬ ਨਾਲ ਜੁੜਿਆ ਤੇ ਕੇਜਰੀਵਾਲ ਸਾਹਿਬ ਨੂੰ ਸੁਪਰੀਮ ਕੋਰਟ ਨੇ ਤਗੜਾ ਕਰਤਾ। ਕੇਜਰੀਵਾਲ ਸਾਹਿਬ ਨੇ ਆਉਂਦਿਆਂ ਉਸ ਤਾਕਤ ਦਾ ਆਪਣਾ ਖੰਡਾ ਚਲਾਉਣਾ ਸ਼ੁਰੂ ਕਰਤਾ, ਉਹ ਤਾਕਤ ਵਰਤਣੀ ਸ਼ੁਰੂ ਕਰਤੀ। ਕੇਜਰੀਵਾਲ ਸਾਹਿਬ ਨੇ ਜਿਸ ਅਧਿਕਾਰੀ ਨੂੰ, ਆਸ਼ੀਸ਼ ਮੋਰੇ ਨੂੰ ਬਦਲਣਾ ਚਾਹਿਆ ਸੀ, ਹੁਣ ਉਹਨੇ ਆਪਣਾ ਰੰਗ ਦਿਖਾਉਣਾ ਸ਼ੁਰੂ ਕਰਤਾ। ਦੂਜੇ ਬੰਨੇ ਇੱਕ ਰੌਲਾ ਪੈ ਗਿਆ ਕਿ ਉਹ ਅਧਿਕਾਰੀ ਜਿਹੜੇ ਕੇਜਰੀਵਾਲ ਸਾਹਿਬ ਦੇ ਬੰਗਲੇ ਨਾਲ ਜੁੜੇ ਕਿਸੇ ਭ੍ਰਿਸ਼ਟਾਚਾਰ, ਕਥਿਤ ਭ੍ਰਿਸ਼ਟਾਚਾਰ ਦੀ ਜਾਂਚ ਕਰ ਰਹੇ ਸੀ, ਉਹਨਾਂ ਦੀ ਨਕੇਲ ਕੱਸਦੀ ਗਈ। ਗੱਲ ਤੋਰੋ ਜ਼ਰਾ। ਮਫਲਰ ਮੈਨ ਤੋਂ ਬਣੇ ਸ਼ਕਤੀਮਾਨ ਕੇਜਰੀਵਾਲ ਹੋਣਾ, ਜਦ ਇਹ ਸੁਪਰੀਮ ਕੋਰਟ ਦਾ ਆਰਡਰ ਆਂਦਾ ਉਸ ਤੋਂ ਅਗਲੇ ਦਿਨ ਹੀ ਪ੍ਰੈਸ ਕਾਨਫਰੰਸ ਕਰਕੇ, ਸ਼ਾਇਦ ਉਸੇ ਦਿਨ ਸਹੀ, ਉਹ ਪ੍ਰੈਸ ਕਾਨਫਰੰਸ ਕਹਿੰਦੇ ਨੇ ਸਾਰੇ ਘਰ ਦੇ ਬਦਲ ਦੂੰਗਾ, ਯਾਨੀ ਕਾਫੀ ਸਾਰੇ ਅਫਸਰਾਂ ਦੇ ਬਦਲੇ ਜਾਣ ਦੀ ਉਹਨਾਂ ਨੇ ਗੱਲ ਕੀਤੀ ਸੀਗੀ। ਸਭ ਤੋਂ ਪਹਿਲਾਂ ਨਿਸ਼ਾਨਾ ਬਣਿਆ ਆਸ਼ੀਸ਼ ਮੋਰੇ ਵੀ ਕਹਿ ਸਕਦੇ ਹੋ, ਮੋਰ ਵੀ ਕਹਿ ਸਕਦੇ ਹੋ, ਕਿਉਂਕਿ ਇਹ ਹਰਿਆਣਾ ਦੀ ਕਾਸਟ ਹੈਗੀ। ਹੁਣ ਇਹਦੇ ਵਿੱਚ ਉਹ ਅਫਸਰ ਜਦੋਂ ਹੀ ਉਹਨਾਂ ਨੂੰ ਆਪਣੀ ਹੀ ਟ੍ਰਾਂਸਫਰ ਦੀ ਫਾਈਲ ਲਿਆਉਣ ਵਾਸਤੇ ਕਿਹਾ ਜਾਂਦਾ, ਉਹ ਕਹਿੰਦੇ ਜੀ ਹੁਣੇ ਲਿਆ। ਉਸ ਤੋਂ ਬਾਅਦ ਸਿੱਧਾ ਸੈਕਟਰੀਏਟ ਤੋਂ ਬਾਹਰ ਤੋਂ ਬਾਅਦ ਘਰ ਤੋਂ ਬਾਅਦ ਪਤਾ ਨਹੀਂ ਕਿੱਥੇ, ਕਿਉਂਕਿ ਬਾਰ ਉਹਨਾਂ ਨੂੰ ਤਲਾਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਸੌਰਵ ਭਾਰਦਵਾਜ ਜਿਹੜੇ ਉਸ ਮਹਿਕਮੇ ਦੇ ਮੰਤਰੀ ਹੈ, ਪਰ ਆਖਿਰ ਉਹ ਅਫਸਰ ਹੁਣ ਆ ਗਏ ਲਾਈਨ ਤੇ ਉਹਨਾਂ ਨੇ ਰਿਜ਼ਾਈਨ ਦੇਣ ਦੇ ਵਾਸਤੇ ਆਪਣੀ ਹੀ ਫਾਈਲ ਨੂੰ, ਆਪਣੀ ਹੀ ਪੋਸਟਿੰਗ ਵਾਸਤੇ ਉਹਨਾਂ ਨੇ ਉਹ ਫਾਈਲ ਕਲੀਅਰ ਕਰਨ ਦਾ ਫੈਸਲਾ ਕਰ ਲਿਆ। ਪਰ ਇਹ ਹਾਲਾਤ ਕਿਉਂ ਪੈਦਾ ਹੋ ਰਹੇ ਨੇ? ਉਸ ਮੁੱਦੇ ਦੇ ਉੱਤੇ ਸੁਪਰੀਮ ਕੋਰਟ ਦਾ ਦਰਵਾਜ਼ਾ ਇੱਕ ਵਾਰ ਆਮ ਆਦਮੀ ਪਾਰਟੀ ਜਾਂ ਦਿੱਲੀ ਸਰਕਾਰ ਨੂੰ ਦੁਬਾਰਾ ਖੜਕੜਾਣਾ ਪਿਆ ਔਰ ਉਹਦੇ ਉੱਤੇ ਕਲੈਰਿਟੀ ਆਣੀ ਬਾਕੀ ਹੈ। ਇਸ ਹਫਤੇ ਦੇ ਵਿੱਚ, ਯਾਨੀ ਜਿਹੜਾ ਹਫਤਾ ਸ਼ੁਰੂ ਹੋਇਆ, ਹੋਰ ਵੀ 2-3 ਕੇਸ, ਭਾਵੇਂ ਫਿਨਲੈਂਡ ਦਾ ਟੀਚਰਾਂ ਦਾ ਮਾਮਲਾ ਹੋਏ ਜਾਂ ਫਿਰ ਅਲਡਰਮੈਨ ਦਾ ਮਾਮਲਾ ਹੋਏ, ਜਿਸ ਤਰੀਕੇ ਨਾਲ ਲੈਫਟੀਨੈਂਟ ਗਵਰਨਰ ਸਾਹਿਬ ਨੇ 10 ਅਲਡਰਮੈਨ ਦਿੱਲੀ ਦੀ ਐਮਸੀਡੀ ਦੇ ਵਿੱਚ ਨਿਯੁਕਤ ਕੀਤੇ ਸੀ,
ਉਹਨਾਂ ਸਾਰੇ ਮਾਮਲਿਆਂ ਦੇ ਵਿੱਚ ਅੱਗੇ ਚੱਲ ਕੇ ਸੁਣਵਾਈ ਹੋਣੀ ਹੈ, ਪਰ ਟਕਰਾਵ ਦੀ ਸਥਿਤੀ ਤੇ ਪੈਦਾ ਹੋ ਗਈ ਹੈ। ਦੂਜੇ ਪਾਸੇ ਕੇਜਰੀਵਾਲ ਉਹਨਾਂ ਦੇ ਉਸ 45 ਕਰੋੜੀ ਘਰ ਦੀ ਇਨਵੈਸਟੀਗੇਸ਼ਨ ਕਰ ਰਹੇ ਵਿਜੀਲੈਂਸ ਦੇ ਜਿਹੜੇ ਅਫਸਰ ਨੇ ਰਾਜ ਸ਼ੇਖਰ, ਉਹਨਾਂ ਨੂੰ ਵੀ ਇੱਕ ਨੋਟਿਸ ਭੇਜਤਾ ਵੀ ਨਾ, ਅੱਗੇ ਹੀ ਬੜੀ ਹੋ ਗਿਆ ਕੰਮ ਮੇਰਾ, 45 ਕਰੋੜ ਕਰਕੇ ਪੂਰੇ ਦੇਸ਼ ਦੇ ਵਿੱਚ ਤੁਸੀਂ ਮੇਰੀ ਇਹੀ ਤੈਸੀ ਕਰਤੀ, ਪਰ ਇਹ ਜਿਹੜੀ ਤੁਸੀਂ ਕਰ ਰਹੇ ਹੋ ਇਨਵੈਸਟੀਗੇਸ਼ਨ, ਇਹਦੇ ਵਿੱਚ ਕੋਈ ਘੁਟਾਲਾ ਹੋਇਆ ਤੇ ਉਹਦੇ ਵਿੱਚ ਵਿਧਨ ਪਾਉਣ ਦੀ ਕੋਸ਼ਿਸ਼ ਦਿੱਲੀ ਸਰਕਾਰ ਨੇ ਕੀਤੀ ਹੈ ਕਿ ਸੁਪਰੀਮ ਕੋਰਟ ਦੇ ਆਰਡਰ ਤੋਂ ਬਾਅਦ ਐਦਾਂ ਦੀ ਵਿਧਨ ਪਾਈ ਜਾ ਸਕਦੀ ਹੈ, ਉਹਨਾਂ ਮਾਮਲਿਆਂ ਦੀ ਇਨਵੈਸਟੀਗੇਸ਼ਨ ਨੂੰ ਵੀ ਰੋਕਿਆ ਜਾ ਸਕਦਾ ਸ਼ਕਤੀਮਾਨ ਬਣਨ ਤੋਂ ਬਾਅਦ। ਇਹ ਗੱਲਾਂ ਵੀ ਹੁਣ ਸੱਤਾ ਦੇ ਗਲਿਆਰੇ ਦੇ ਵਿੱਚ ਘੁੰਮਦੀ ਹੈ, ਪਰ ਹਾਂ ਇਹ ਕੋਸ਼ਿਸ਼ ਕੀਤੀ ਜ਼ਰੂਰ ਗਈ ਹੈ। ਔਰ ਲੈਫਟੀਨੈਂਟ ਗਵਰਨਰ ਸਾਹਿਬ ਨੇ ਵੀ, ਜਿਹੜੇ ਨਰੇਸ਼ ਕੁਮਾਰ ਪ੍ਰਿੰਸੀਪਲ ਸੈਕਟਰੀ ਸੀ, ਉਹਨਾਂ ਨੂੰ ਕਿਹਾ ਸੀਗਾ ਕਿ ਹਫ਼ਤੇ ਦੇ ਅੰਦਰ ਅੰਦਰ ਮੈਨੂੰ ਇਹ 45 ਕਰੋੜ ਦਾ ਸਾਰਾ ਹਿਸਾਬ ਕਿਤਾਬ ਦਿਓ, ਹਜੇ ਉਹ ਰਿਪੋਰਟ ਜਾਣੀ ਬਾਕੀ ਹੈ। ਰਾਜ ਸ਼ੇਖਰ ਉਹਨਾਂ ਆਪਣੀ ਕਾਰਵਾਈ ਕਰ ਰਹੀ ਸੀ, ਉਹਨਾਂ ਨੂੰ ਰੋਕਿਆ ਜਾ ਰਿਹਾ। ਇਹ ਗੱਲਾਂ ਜਦ ਬਾਹਰ ਆਉਂਦੀ ਹੈ ਨਾ, ਫਿਰ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ, ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ, ਉਹਨਾਂ ਦੇ ਅਕਸ ਦੇ ਉੱਤੇ ਫਿਰ ਇੱਕ ਦਾਗ ਲੱਗਣ ਦੀ ਸੰਭਾਵਨਾ ਹੋ ਗਈ। ਇੰਦਰਪ੍ਰੀਤ ਜੀ, ਇਹ ਸਵਾਲ ਤਾਂ ਪੁੱਛਿਆ ਜਾਂਦਾ ਰਹੂਗਾ ਨਾ ਕਿ ਜੇ ਕੁਝ ਗਲਤ ਨਹੀਂ ਤੇ ਆਪਾਂ ਉਹਦੇ ਵਿੱਚ ਅੜਚਨ ਕਿਉਂ ਡਾਈਏ। ਜਿਹੜੇ ਇਹ YVV ਜੇ ਰਾਜ ਸ਼ੇਖਰ ਨੇ, ਜਿਹੜੇ ਵਿਜੀਲੈਂਸ ਦੇ ਉੱਥੋਂ ਦੇ ਅਧਿਕਾਰੀ ਨੇ, ਮੇਨ ਵਿਸ਼ੇਸ਼ ਸਕੱਤਰ ਵਿਜੀਲੈਂਸ, ਇਹਨਾਂ ਨੇ ਜਿਹੜੀ ਜਾਂਚ ਸ਼ੁਰੂ ਕੀਤੀ, ਕਰ ਲੈਣ ਦਿੰਦੇ, ਹਰਜ ਕੀ ਹੈ। ਤੇ ਦੂਜੀ ਗੱਲ ਇਹ ਕਿ ਵੈਸੇ ਤਾਂ ਇਹ ਟਕਰਾਅ ਕੋਈ ਨਵੇਂ ਨਹੀਂ, ਟਕਰਾਅ ਪੰਜਾਬ ਦੇ ਵਿੱਚ ਵੀ ਮੁੜ ਆਇਆ। ਜੇ ਉੱਥੇ LG ਨਾਲ ਟਕਰਾਇਆ ਤੇ ਇੱਥੇ ਗਵਰਨਰ ਵੀ ਕੋਈ ਨਾ ਕੋਈ ਰਾਹ ਰਸਤਾ ਅਖਤਿਆਰ ਕਰਦੇ ਹੀ ਰਹਿੰਦੇ ਆ। ਗਵਰਨਰ ਸਾਹਿਬ ਨੂੰ ਸਰਹੱਦੀ ਜ਼ਿਲ੍ਹਿਆਂ ਨਾਲ ਮੋਹ ਹੈ, ਉੱਥੋਂ ਦੇ ਇਲਾਕਿਆਂ ਦੀਆਂ ਮੁਸ਼ਕਲਾਂ, ਕਿਉਂਕਿ ਇਹ ਚੀਜ਼ਾਂ BSF ਨਾਲ ਜੁੜਦੀਆਂ, ਕੇਂਦਰ ਨਾਲ ਜੁੜਦੀਆਂ, ਕਈ ਗੱਲਾਂ, ਨਸ਼ਿਆਂ ਦੇ ਮਾਮਲੇ। ਸੋ 7-8 ਨੂੰ ਉਹਨਾਂ ਨੇ ਫਿਰ ਆਪਣਾ ਅਧਿਕਾਰਤ ਦੌਰਾ ਦੱਸਤਾ ਹੈ ਪੰਜਾਬ ਸਰਕਾਰ ਨੂੰ ਵੀ ਕਰ ਦਿਓ ਪ੍ਰਬੰਧ, ਮੈਂ ਜਾ ਰਿਹਾ। ਹੁਣ ਉਸ ਦਿਨ ਫਿਰ DGP ਸਾਹਿਬ ਤੇ ਮੁੱਖ ਸਕੱਤਰ ਚੀਫ ਸੈਕਟਰੀ ਆਸੇ-ਪਾਸੇ ਬੈਠੇ ਹੋਣਗੇ, ਮੁੱਖ ਮੰਤਰੀ ਦੇ ਜਾਣ ਦੀ ਸੰਭਾਵਨਾ ਤਾਂ ਨਿੱਲ ਆ। ਤੋਰੋ ਜਰਾ ਗੱਲ ਕਿ ਗਵਰਨਰ ਸਾਹਿਬ ਐਸੇ ਕਿਹੜੇ ਸੱਪ ਕੱਢਣਗੇ ਐਤਕੀ ਜਿਹਦੇ ਨਾਲ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਡੰਗਿਆ ਮਹਿਸੂਸ ਕਰੂ? ਹੈ ਕੋਈ ਸੰਭਾਵਨਾ? ਕੀ ਕਹਿੰਦੇ ਹੋ? ਰੰਧਾਵਾ ਸਾਹਿਬ, ਜਿਹੜੀ ਤਿਬਾਰਾ ਮਤਲਬ ਤੀਸਰੀ ਵਾਰ ਜਾ ਰਹੇ ਹੈ ਰਾਜਪਾਲ ਸਾਹਿਬ, ਉਹ ਜਿਹੜਾ ਇਸ਼ੂ ਬਾਰ-ਬਾਰ ਉਠਾ ਰਹੇ ਨੇ ਉਹ ਡਰੱਗਸ ਦਾ ਹੈ। ਡਰੱਗਸ ਨੂੰ ਲੈ ਕੇ ਉਹ ਬਹੁਤ ਜ਼ਿਆਦਾ ਸੈਂਸਿਟਿਵ ਵੀ ਨੇ। ਅਸੀਂ ਵੀ ਇੱਕ ਵਾਰੀ ਉਹਨਾਂ ਨੇ, ਮੈਨੂੰ ਇੱਕ ਵਾਰੀ ਮੌਕਾ ਮਿਲਿਆ ਉਹਨਾਂ ਨਾਲ ਮਿਲਣ ਦਾ, ਤਾਂ ਉਹ ਵੀ ਉਦੋਂ ਵੀ ਉਹਨਾਂ ਨੇ ਇਹੀ ਮੈਨੂੰ ਕਿਹਾ ਸੀਗਾ ਕਿ ਆਪ ਲੋਗ ਆਪਣੇ ਅਖਬਾਰੋਂ ਮੇਂ ਨਸ਼ੇ ਕੇ ਮੁੱਦੇ ਕੋ ਜ਼ਿਆਦਾ ਕਿਉਂ ਨਹੀਂ ਉਭਾਰਦੇ। ਮੈਨੂੰ ਲੱਗਦਾ ਕਿ ਸ਼ਾਇਦ ਉਹਨਾਂ ਦੇ ਕਿਤੇ ਮਾਈਂਡ 'ਚ ਹੈ ਕਿ ਇਹ ਮੁੱਦਾ ਇਸ ਤਰ੍ਹਾਂ ਦਾ ਹੈ ਜਿਹਨੂੰ ਐਡਰੈਸ ਕੀਤੇ ਜਾਣ ਦੀ ਲੋੜ ਹੈ। ਪਰ ਮੈਂ ਇਹਨੂੰ ਦੂਸਰੇ ਤਰੀਕੇ ਨਾਲ ਵੀ ਦੇਖਦਾ। ਮੈਨੂੰ ਇਹ ਲੱਗਦਾ ਕਿ ਇਹ 2024 ਦੇ ਵਿੱਚ ਭਾਜਪਾ ਨੇ ਜਿਹੜਾ ਇੱਕ ਆਪਣਾ ਸਾਰੇ ਜਿਵੇਂ ਕਹਿੰਦੇ ਨਾ ਵੀ ਬਹੁਤ ਸਾਰੇ ਮੋਰੇ ਫਿੱਟ ਕਰਤੇ ਹੈ, ਉਹਦੇ ਵਿੱਚ ਇੱਕ ਇਹ ਵੀ ਹੈ ਕਿ ਕਿਸ ਤਰ੍ਹਾਂ ਇਸ ਤਰ੍ਹਾਂ ਦੇ ਜਿਹੜੇ ਇਸ਼ੂਜ਼ ਨੇ ਉਹ ਉਭਾਰ ਕੇ ਲੈ ਕੇ ਆਓ ਔਰ ਉਹਦੇ ਉੱਤੇ ਉਸ ਸਟੇਟ ਗਵਰਨਮੈਂਟਾਂ ਨੂੰ ਜ਼ਿੰਮੇਵਾਰ ਠਹਿਰਾ ਕੇ, ਜਾਂ ਉਹਨੂੰ ਕਹਿ ਦਿਓ ਕਿ ਇਹਨਾਂ ਤੋਂ ਕੁਝ ਨਹੀਂ ਹੋਇਆ, ਅਸੀਂ ਹੀ ਆ ਕੇ ਕਰਾਂਗੇ, ਸਾਨੂੰ ਇੱਕ ਮੌਕਾ ਦਿਓ। ਇਸ ਤਰ੍ਹਾਂ ਦੀ ਜਿਹੜੀ ਸਿਚੁਏਸ਼ਨ ਉਹ ਬਣਾਈ ਜਾ ਰਹੀ ਹੈ, ਇਸ ਕਰਕੇ ਬਾਰ-ਬਾਰ ਉਹ ਉੱਥੇ ਜਾ ਰਹੇ। ਅਦਰਵਾਈਜ਼ ਮੈਨੂੰ ਲੱਗਦਾ ਕਿ ਇੱਕ ਚੁਣੇ ਹੋਏ ਮੁੱਖ ਮੰਤਰੀ ਦੇ ਹੁੰਦੇ ਹੋਏ ਜਾਂ ਚੁਣੀ ਹੋਈ ਸਰਕਾਰ ਦੇ ਹੁੰਦੇ ਹੋਏ ਗਵਰਨਰ ਆਮ ਤੌਰ ਤੇ ਨਹੀਂ ਜਾਂਦੇ। ਮੈਨੂੰ ਯਾਦ ਹੈ ਇੱਕ ਵਾਰੀ ਸ਼ਾਇਦ ਪਹਿਲਾਂ ਵੀ ਹੋਇਆ ਸੀ, ਜਦੋਂ VP ਸਿੰਘ ਬਦਨੌਰ ਸੀਗੇ, ਉਦੋਂ ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਨੂੰ ਕਹਿਤਾ ਸੀਗਾ ਕਿ ਤੁਸੀਂ ਜੋ ਕੁਝ ਕਰਾਣਾ ਹੈ ਜਾਂ ਜਿਹਨੂੰ ਵੀ ਬੁਲਾਣਾ ਹੈ ਮੇਰੇ ਥਰੂ ਬੁਲਾਓ। ਉਹਨਾਂ ਨੇ ਸ਼ਾਇਦ ਕਿਸੇ ਆਫੀਸਰ ਨੂੰ ਤਲਬ ਕੀਤਾ ਸੀ, ਹੁਣ ਮੇਰੇ ਐਗਜ਼ੈਕਟਲੀ ਯਾਦ ਨਹੀਂ, ਉਹਨਾਂ ਨੇ ਕਿਸੇ ਆਫੀਸਰ ਨੂੰ ਤਲਬ ਕੀਤਾ ਸੀ ਇਦਾਂ, ਉਹਨਾਂ ਨੇ ਕਿਹਾ ਸੀ ਵੀ ਤੁਸੀਂ ਡਾਇਰੈਕਟਲੀ ਨਹੀਂ ਬੁਲਾ ਸਕਦੇ, ਜੋ ਵੀ ਤੁਸੀਂ ਕਹਿਣਾ ਮੈਨੂੰ ਦੱਸੋ, ਮੈਂ ਆਪਣੇ ਉਸ ਤੋਂ ਕਰਾਉਂਗਾ, ਮੈਂ ਮੁਖੀ ਹਾਂ ਸਟੇਟ ਦਾ, ਕਾਰਜਕਾਰੀ ਮੁਖੀ ਮੈਂ ਆ, ਪਾਵਰਸ ਮੇਰੇ ਕੋਲੇ ਆ। ਸੋ ਬਦਨੌਰ ਸਾਹਿਬ ਨੇ ਮੈਨੂੰ ਲੱਗਦਾ ਕਿ ਇਹਨੂੰ ਜ਼ਿਆਦਾ ਉਸ ਤਰ੍ਹਾਂ ਨਹੀਂ ਲਿੱਤਾ ਤੇ ਉਹਨਾਂ ਨੇ ਕਹਿਤਾ ਵੀ ਠੀਕ ਹੈ। ਉਹਨਾਂ ਨੇ ਸਾਰੀਆਂ ਗੱਲਾਂ ਫਿਰ ਮੁੱਖ ਮੰਤਰੀ ਦੇ ਰਾਹੀਂ ਹੀ ਕੀਤੀਆਂ। ਪਰ ਇਸ ਗਵਰਨਰ ਦੇ ਜਿਹੜੇ ਪ੍ਰੈਜ਼ੈਂਟ ਗਵਰਨਰ ਨੇ ਬਨਵਾਰੀ ਲਾਲ ਪੁਰੋਹਿਤ, ਉਹ ਬਾਰ-ਬਾਰ ਜਿਹੜਾ ਜਾਂਦੇ, ਦੇਖੋ ਗਵਰਨਰ ਜਾ ਸਕਦਾ, ਇਸ 'ਚ ਕੋਈ ਸ਼ੋਰ ਨਹੀਂ ਹੈ, ਪਹਿਲਾਂ ਵੀ ਜਾਂਦੇ ਰਹੇ ਆ। ਇਸ ਤੋਂ ਪਹਿਲਾਂ ਜਿਹੜੇ ਗਵਰਨਰ ਰਹੇ ਹੈਗੇ ਆ, ਮੈਨੂੰ ਹੁਣ ਨਾਂ ਨਹੀਂ ਚੇਤੇ ਆ ਰਿਹਾ, ਉਹਨਾਂ ਨੇ ਬਹੁਤ ਐਕਟਿਵ ਸੀਗੇ ਇੱਥੇ, ਜਿਹੜੇ 71 ਵਾਰ ਦੇ ਵਿੱਚ ਤੁਹਾਨੂੰ ਯਾਦ ਸੀ, ਉਹਨਾਂ ਦਾ ਬੜਾ ਕੰਟਰੀਬਿਊਸ਼ਨ ਸੀ, JFR ਜੈਕਬ, ਤੇ ਉਹ ਮਤਲਬ ਉਹ ਜਦੋਂ ਕੰਮ ਇਸ ਤਰ੍ਹਾਂ ਦੇ ਕਰਦੇ ਹੈਗੇ ਸੀ ਨਾ, ਤਾਂ ਇਹ ਲੱਗਦਾ ਸੀ ਕਿ ਹਾਂ ਉਹਨਾਂ ਦੀ ਇੱਕ ਦ੍ਰਿੜਤਾ ਹੈ ਉਹ ਸਾਰੇ ਇਸ਼ੂਜ਼ ਨੂੰ ਖਤਮ ਕਰਦੀ ਇਹੀ। ਪਰ ਇੱਥੇ ਥੋੜੀ ਜੀ ਇੱਕ ਝਲਕ ਪੈਂਦੀ ਹੈ ਕਿ ਇੱਥੇ BJP ਕੀ ਗਵਰਨਰ ਸਾਹਿਬ ਰਾਹੀਂ ਕੋਈ ਇਸ ਤਰ੍ਹਾਂ ਦੇ ਸਕੋਰ ਸੈੱਟ ਕਰਨਾ ਚਾਹੁੰਦੀ ਹੈ ਜਾਂ ਕੋਈ ਇਹਦੀ ਲੀ ਬਣਾਉਣਾ ਚਾਹੁੰਦੀ ਹੈ ਜਿਸ ਤੇ ਕੱਲ ਆ ਕੇ ਉਹ ਤੁਰ ਸਕੇ।
ਇਹ ਮੈਨੂੰ ਜ਼ਿਆਦਾ ਲੱਗਦਾ ਹੈ ਇੱਥੇ ਜੇ ਕੋਈ ਹੈ ਇਸ਼ੂਜ਼, ਮੈਨੂੰ ਲੱਗਦਾ ਕਿ ਉਹ ਚੁਣੀ ਹੋਈ ਸਰਕਾਰ ਦੇ ਰਾਹੀਂ ਹੀ ਹੱਲ ਹੋਣੇ ਚਾਹੀਦੇ। ਮੈਨੂੰ ਯਾਦ ਹੈ ਤੁਸੀਂ ਜਿਹੜਾ ਮਾਮਲਾ ਉਠਾ ਰਹੇ ਸੀਗੇ ਉਹ ਸੀਗਾ ਵੀਪੀ ਸਿੰਘ ਬਦਨੌਰ ਵੱਲੋਂ ਡੀਜੀਪੀ ਤੇ ਚੀਫ ਸੈਕਟਰੀ ਨੂੰ ਕਿਸੇ ਮਾਮਲੇ 'ਚ ਤਲਬ ਕੀਤਾ ਸੀ, ਮੁੱਖ ਮੰਤਰੀ ਤੁਰੰਤ ਹਰਕਤ 'ਚ ਆਏ। ਲੇਕਿਨ ਇਹਦਾ ਇੱਕ ਦੂਜਾ ਪਹਿਲੂ ਆ, ਇੱਕ ਵਾਰੀ ਸਾਬਕਾ ਡਿਪਟੀ ਸਪੀਕਰ ਸਰਦਾਰ ਬੀਰ ਦਵਿੰਦਰ ਸਿੰਘ ਨੇ ਗਵਰਨਰ ਤੇ ਸਿੱਧਾ ਹਮਲਾ ਬੋਲਤਾ ਤੇ ਗਵਰਨਰ ਵੱਲੋਂ ਜਵਾਬ ਆਉਣ ਦੀ ਬਜਾਏ ਉਹਨਾਂ ਨੇ ਮੁੱਖ ਮੰਤਰੀ ਨੂੰ ਸ਼ਾਇਦ ਕਿਹਾ, ਤੇ ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਬੀਰ ਦਵਿੰਦਰ ਸਿੰਘ ਨੂੰ ਕਿਹਾ ਸੀਗਾ ਕਿ ਹੱਦਾਂ ਸਰਹੱਦਾਂ 'ਚ ਰਹੋ। ਇਹ ਕਈ ਵਾਰੀ ਇਸ ਤਰ੍ਹਾਂ ਵੀ ਹੁੰਦਾ ਵੀ ਤੁਸੀਂ ਇੱਕ ਦੂਜੇ ਨਾਲ ਬਣਾ ਕੇ ਕਿੱਦਾਂ ਚੱਲਦੇ ਹੋ। ਖੈਰ ਇਹ ਕਲਾ ਹੁੰਦੀ ਹੈ, ਕਲਾ ਆਪਣੇ ਆਪਣੇ ਤਰੀਕੇ ਨਾਲ ਚੱਲਦੀ। ਬੀਜੇਪੀ ਦੀ ਜਿਹੜੀ ਤੁਸੀਂ ਗੱਲ ਕੀਤੀ ਆ ਭਾਸਕਰ ਸਾਹਿਬ, ਬੀਜੇਪੀ ਨੇ ਇਲੈਕਸ਼ਨਾਂ ਤੋਂ ਪਹਿਲਾਂ ਥੋੜੀ ਦੇਰ ਪਹਿਲਾਂ ਉਹਨਾਂ ਨੇ ਕਿਹਾ ਸੀ ਵੀ ਅਸੀਂ ਅਮਿਤ ਸ਼ਾਹ ਜੀ ਆਉਣਗੇ ਤੇ ਨਸ਼ਿਆਂ ਦੇ ਖਿਲਾਫ ਮੁਹਿੰਮ ਸ਼ੁਰੂ ਕਰਨੀ ਹੈ ਸਟੇਟ ਵਾਈਜ਼। ਇਹ ਮਾਮਲਾ ਇਹ ਰਲਦਾ ਮਿਲਦਾ। ਵੈਸੇ ਜੇ ਇਸ ਵਾਰੀ ਤੁਸੀਂ ਜਲੰਧਰ ਦਾ ਚੋਣ ਨਤੀਜਾ ਦੇਖੋ, ਬਾਕੀ ਸਾਰੀਆਂ ਪਾਰਟੀਆਂ ਦੇ ਮੁਕਾਬਲੇ ਭਾਜਪਾ ਨੇ ਜ਼ਿਆਦਾ ਅੱਛਾ ਪਰਫਾਰਮ ਕੀਤਾ। ਤੁਸੀਂ ਅੰਕੜਿਆਂ ਤੇ ਜਾਇਓ, ਇਹ ਨਾ ਸੋਚਿਓ ਕਿ ਮੈਂ ਭਾਜਪਾ ਦਾ ਪੱਖ ਬੋਲ ਰਿਹਾ। ਭਾਜਪਾ ਸੱਤਾਧਾਰੀ ਜਾਂ ਜੇਤੂ ਤੋਂ ਬਾਅਦ ਇਹੋ ਜਿਹੀ ਇਕਲੌਤੀ ਪਾਰਟੀ ਸੀ ਜਿਹੜੀ 2 ਹਲਕਿਆਂ 'ਚ ਜਿੱਤੀ ਆ। ਭਾਵੇਂ ਕੋਈ ਸੱਜਣ ਕਹਿਣਗੇ ਕਿ 500 ਦੀ ਜਿੱਤ ਕਾਹਦੀ ਹੁੰਦੀ, ਜਿੱਤ ਤਾਂ ਜਿੱਤ ਹੈ। ਉਹਨਾਂ ਨੇ 2 ਹਲਕੇ ਆਪਣੇ ਕਾਇਮ ਰੱਖੇ ਨੇ। ਦੂਜੀ ਗੱਲ, ਇਸ ਤੋਂ ਇਲਾਵਾ ਉਹਨਾਂ ਨੇ ਪੇਂਡੂ ਹਲਕਿਆਂ 'ਚ ਵੀ 10-10 ਹਜ਼ਾਰ ਤੱਕ ਵੋਟ, ਤੁਸੀਂ ਬੂਥ ਵਾਈਜ਼ ਦੇਖੋ, ਬੂਥਾਂ ਦੇ ਉੱਤੇ ਉਹਨਾਂ ਨੂੰ ਵੋਟਾਂ ਪਈਆਂ ਨੇ। ਇਹਦਾ ਮਤਲਬ ਹੈ ਕਿ ਉਹਨਾਂ ਦਾ ਕੰਮ ਇਕੱਲਿਆਂ ਅਕਾਲੀ ਦਲ ਔਰ ਬਸਪਾ ਕੋਈ ਕਲੇਮ ਨਹੀਂ ਕਰ ਸਕਦੇ, ਪਤਾ ਨਹੀਂ ਅੰਦਰ ਕੀ ਹੋਇਆ, ਕਿਹਦੀ ਕਿੰਨੀ ਵੋਟ ਆ। ਤੇ ਕਾਂਗਰਸ ਦੀ ਆਪਣੀ ਸੀਟ ਜਿਹੜੀ ਗਵਾਚ ਗਈ, ਬੀਜੇਪੀ ਕੱਲੀ ਨੇ ਗੇਨ ਕੀਤਾ। ਉਹਨਾਂ ਨੂੰ ਸੰਭਾਵਨਾ ਨਜ਼ਰ ਆ ਰਹੀ ਹੈ ਪੰਜਾਬ ਦੇ ਵਿੱਚ, ਤੇ ਕੁਦਰਤੀ ਤੌਰ ਤੇ ਅਗਲੇ ਦਿਨ ਏਡੇ ਸੌਖੇ ਨਹੀਂ ਹੋਣ ਵਾਲੇ। ਲੜਾਈ ਲੜੀ ਜਾਊਗੀ। ਭਾਸਕਰ ਸਾਹਿਬ 4 ਲਾਈਨ ਆਏ ਤੇ ਫਿਰ ਆ ਜਾਓ ਸਿੱਧੇ, ਤੁਸੀਂ ਕਾਹਤੇ ਜਾਓਗੇ? ਜ਼ੀਰਾ ਫੈਕਟਰੀ ਤੇ ਆ ਜਾਓ ਫਿਰ, ਹੋਰ ਕੀ ਹੈ ਜੀ। ਬਿਲਕੁਲ, ਜੇ ਗਵਰਨਰ ਸਾਹਿਬ ਦੀ ਗੱਲ ਕਰੀਏ ਤੇ ਪਿਛਲੇ ਦਿਨਾਂ ਦੇ ਵਿੱਚ ਸਤਿਆਪਾਲ ਮਲਿਕ ਅੱਜ ਕੱਲ ਕਾਫੀ ਬੋਲਦੇ ਨੇ ਔਰ ਸਰਕਾਰ ਦੇ ਖਿਲਾਫ, ਪ੍ਰਧਾਨ ਮੰਤਰੀ ਦੇ ਖਿਲਾਫ ਵੀ ਕਾਫੀ ਬੋਲਦੇ ਨੇ। ਉਹ ਆਪਣੀ ਉਸ ਗੱਲ ਨੂੰ ਨੈਰੇਟ ਕਰਦੇ ਨੇ ਕਿ ਜਦ ਉਹਨਾਂ ਨੂੰ ਗਵਰਨਰ ਬਣਾ ਕੇ ਜੰਮੂ ਕਸ਼ਮੀਰ ਭੇਜਣਾ ਸੀਗਾ, ਕਹਿੰਦੇ ਮੈਨੂੰ ਹੁਕਮ ਹੋਇਆ ਵੀ ਹਮ ਤੁਮਕੋ ਵਹਾਂ ਭੇਜ ਰਹੇ ਹਾਂ। ਮੈਨੇ ਕਹਾ ਜਨਾਬ ਆਦੇਸ਼, ਯਾਨੀ ਉਹ ਇੱਕ ਸੀਨ ਜਿਹਾ ਕ੍ਰੀਏਟ ਕਰਨ ਦੀ ਉਹ ਕੋਸ਼ਿਸ਼ ਕਰ ਰਹੇ ਸੀਗੇ ਔਰ ਇੱਕ ਹਾਲ ਦੇ ਵਿੱਚ ਉਹ ਆਪਣੀ ਸਪੀਚ ਦੇ ਰਹੇ ਸੀਗੇ। ਤੇ ਫਿਰ ਜਿਸ ਤਰੀਕੇ ਨਾਲ ਗਵਰਨਰ ਸਾਹਿਬ ਨੂੰ ਕਿਹਾ ਤੁਮਨੇ ਵਹਾਂ ਜਾ ਕੇ ਇਹ ਕਰਨਾ ਹੈ ਉਹ ਕਰਨਾ ਹੈ, ਉਸ ਸੀਨ ਤੋਂ ਕਨੈਕਟ ਕਰਕੇ ਜੇ ਆਪਣੇ ਬਨਵਾਰੀ ਲਾਲ ਪੁਰੋਹਿਤ ਉਹਨਾਂ ਨੂੰ ਦੇਖੀਏ ਤੇ ਉਹਨਾਂ ਨੂੰ ਇੱਕ ਸਟੇਜ ਤਿਆਰ ਕਰਨੀ ਪੈਂਦੀ ਹੈ। ਅਮਿਤ ਸ਼ਾਹ ਉਹਨਾਂ ਦੀ ਉਹ ਯਾਤਰਾ ਬਹੁਤ ਵਾਰ ਟਾਲ ਦਿੱਤੀ ਗਈ। ਹਾਲਾਂਕਿ ਇਹ ਜਿਮਨੀ ਚੋਣਾਂ ਤੋਂ ਪਹਿਲੇ ਘੱਟ ਤੋਂ ਘੱਟ 2 ਜਾਂ 3 ਵਾਰ ਇਹ ਖਬਰ ਨਿਕਲੀ ਸੀ ਕਿ ਆ ਸਕਦੇ ਨੇ ਅਮਿਤ ਸ਼ਾਹ, ਤੇ ਇਹ ਯਾਤਰਾ ਕਿੱਦਾਂ ਕੀ ਕਿੱਥੇ ਕਿੱਥੇ ਚੱਲੇਗੀ ਔਰ ਬੜੀ ਛੇਤੀ ਇਹ ਯਾਤਰਾ ਹੋਏਗੀ। ਮੈਨੂੰ ਇਹ ਲੱਗਦਾ ਹੈ ਕਿ ਉਸ ਯਾਤਰਾ ਦੀ ਤਿਆਰੀ ਵਾਸਤੇ 2024 ਦੇ ਇਲੈਕਸ਼ਨ ਦੀ ਤਿਆਰੀ ਵਾਸਤੇ ਇਹ ਹੁਣ ਗਵਰਨਰ ਸਾਹਿਬ ਦਾ ਇੱਕ ਵਿਜ਼ਿਟ ਹੈਗਾ। ਪਿਛਲੇ ਵਿਜ਼ਿਟ ਦੇ ਵਿੱਚ ਉਹਨਾਂ ਨੇ ਕਿਹਾ ਸੀ ਵੀ ਡਰੱਗ ਚਿੱਟਾ ਹੁਣ ਹੱਟੀਆਂ ਤੇ ਮਿਲਦਾ ਹੈ, ਐਤਕੀ ਚਿੱਟਾ ਕਿੱਥੇ ਮਿਲਦਾ ਹੈ, ਕਿੱਥੇ ਕਿੱਥੇ ਹੋਰ ਮਿਲਦਾ ਹੈ, ਉਹਦੀ ਵੀ ਜਾਣਕਾਰੀ ਸ਼ਾਇਦ ਗਵਰਨਰ ਸਾਹਿਬ ਇਸ ਪ੍ਰੋਗਰਾਮ ਤੋਂ ਬਾਅਦ, ਇਸ ਆਪਣੇ ਵਿਜ਼ਿਟ ਤੋਂ ਬਾਅਦ ਜੂਨ 7 ਤੇ ਜੂਨ 8 ਉਸ ਤੋਂ ਬਾਅਦ ਦੇਣਗੇ। ਪਰ ਇਹ ਇੱਕ ਆਪਣੇ ਆਪ ਵਿੱਚ ਸਟੇਜ ਤਿਆਰ ਕਰਨ ਦੀ ਵੀ ਕੋਸ਼ਿਸ਼ ਹੋ ਸਕਦੀ। ਜਿਹੜਾ ਆਪਣਾ ਇਹ ਜੀਰਾ ਫੈਕਟਰੀ ਵਾਲਾ ਮਾਮਲਾ ਕੱਲ ਹਾਈ ਕੋਰਟ 'ਚ ਆਇਆ, ਸਰਕਾਰ ਨੇ ਆਪਣੇ ਕੀਤੇ ਹੋਏ ਆਦੇਸ਼ ਵਾਪਸ ਲੈਣ ਸੰਬੰਧੀ ਉੱਥੇ ਦਾਇਰ ਕਰਤਾ ਕੋਈ ਐਫੀਡੇਵਿਟ ਕੀ ਜਾਂ ਵਕੀਲ ਰਾਹੀਂ ਕੋਈ ਆਪਣਾ ਪੱਖ ਰੱਖਿਆ? ਇਹਦੇ ਤੇ ਜਰਾ ਦੱਸ ਦਿਓ। ਜੀਰਾ ਫੈਕਟਰੀ ਨੂੰ ਲੈ ਕੇ ਭਾਵੇਂ ਜਨਵਰੀ 17 ਨੂੰ ਮੁੱਖ ਮੰਤਰੀ ਨੇ ਲਾਈਵ ਹੋ ਕੇ ਇਹ ਗੱਲ ਕਹਿ ਦਿੱਤੀ ਸੀ ਵੀ ਅਸੀਂ ਉਸ ਜੀਰੇ ਫੈਕਟਰੀ ਨੂੰ ਬੰਦ ਕਰਨ ਦਾ ਫੈਸਲਾ ਲਿੱਤਾ ਹੈ। ਉਸ ਤੋਂ ਬਾਅਦ ਅੱਜ ਤੱਕ ਉਹ ਜਿਹੜੇ ਧਰਨਾਕਾਰੀ ਸੀ, ਪ੍ਰਦਰਸ਼ਨਕਾਰੀ ਸੀ, ਉਹ ਉੱਥੇ ਹੀ ਰਹੇ। ਉਹਨਾਂ ਨੂੰ ਪਤਾ ਸੀਗਾ ਕਿ ਮੁੱਖ ਮੰਤਰੀ ਦੇ ਐਲਾਨ ਤੋਂ ਬਾਅਦ ਕੀ ਇਹ ਫੈਕਟਰੀ ਬੰਦ ਹੋ ਜਾਏਗੀ। ਹਾਲਾਂਕਿ ਫੈਕਟਰੀ ਹਜੇ ਤੱਕ ਬੰਦ ਹੈ, ਪਰ ਫਾਰਮਲ ਨੋਟੀਫਿਕੇਸ਼ਨ ਬੰਦ ਕਰਨ ਦੀ ਹਜੇ ਤੱਕ ਵੀ ਸਰਕਾਰ ਨੇ ਨਹੀਂ ਕੀਤੀ। ਕੋਰਟ ਦੇ ਵਿੱਚ ਕੇਸ ਚੱਲਦਾ ਸੀ। ਜੀਰਾ ਫੈਕਟਰੀ ਦੇ ਮਾਲਕਾਂ ਦੇ ਵਕੀਲਾਂ ਨੇ ਇਹ ਗੱਲ ਕਹੀ ਕਿ 17 ਜਨਵਰੀ ਦੇ ਮੁੱਖ ਮੰਤਰੀ ਦੀ ਉਸ ਸਟੇਟਮੈਂਟ ਨੂੰ ਜਸਟੀਫਾਈ ਕਰਨ ਵਾਸਤੇ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਨੇ 31 ਮਾਰਚ ਨੂੰ ਸਾਨੂੰ ਦਿੱਤੀ ਹੋਈ ਕਲੀਅਰੈਂਸ ਜਾਂ ਉਹਦੀ ਐਕਸਟੈਂਸ਼ਨ ਰੋਕ ਲਈ ਹੈ। ਹੁਣ ਇਸ ਮੁੱਦੇ ਦੇ ਉੱਤੇ ਜਦ ਗੱਲ ਹੋਈ, ਕਿਉਂਕਿ ਜਿਹੜੇ ਜੀਰਾ ਫੈਕਟਰੀ ਦੇ ਮਾਲਕਾਂ ਦਾ ਇਹ ਕਹਿਣਾ ਸੀਗਾ ਕਿ ਜਸਟੀਫਾਈ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਸਰਕਾਰ ਨੂੰ ਆਪਣੀ ਕੋਈ ਕਮੀ ਮਹਿਸੂਸ ਹੋਈ। ਜਿਸ ਤਰ੍ਹਾਂ ਤੁਸੀਂ ਇਹ ਦੇਖੋ ਕਿ ਮਨੀਸ਼ਾ ਗੁਲਾਟੀ ਦੇ ਮਾਮਲੇ ਦੇ ਵਿੱਚ ਇੱਕ ਵਾਰ ਹਾਈ ਕੋਰਟ ਤੋਂ ਧੱਕਾ ਖਾਣ ਤੋਂ ਬਾਅਦ ਫਿਰ ਕੁਝ ਦਿਨਾਂ ਬਾਅਦ ਦੁਬਾਰਾ ਮਨੀਸ਼ਾ ਗੁਲਾਟੀ ਦੀ ਉਹ ਨੋਟੀਫਿਕੇਸ਼ਨ ਤੈਅ ਕੀਤੀ ਗਈ। ਇਹ ਕਿਸੇ ਨਾ ਕਿਸੇ ਜੀ ਐਡਮਿਨਿਸਟ੍ਰੇਟਿਵ ਲੈਪਸ ਲੱਗਦਾ ਹੈ ਔਰ ਇਸ ਮੁੱਦੇ ਦੇ ਉੱਤੇ ਹੁਣ ਦੁਬਾਰਾ ਸਰਕਾਰ ਇੱਕ ਨੋਟਿਸ ਜਾਂ ਫਿਰ ਇਹ ਇੱਕ ਫਰੈਸ਼ ਆਰਡਰ ਕੱਢਣ ਦੀ ਗੱਲ ਕਰ ਰਹੀ ਹੈ ਔਰ ਬੜੀ ਛੇਤੀ ਹੋ ਸਕਦਾ ਹੈ ਪੁੱਠੇ ਸਿੱਧੇ ਕਰਕੇ ਉਹਨਾਂ ਆਰਡਰਾਂ ਨੂੰ
ਸਹੀ ਤਰੀਕੇ ਨਾਲ ਨੈਰੇਟ ਕੀਤਾ ਜਾਏ ਤਾਂ ਕਿ ਕੋਰਟ ਦੇ ਵਿੱਚ ਉਹ ਆਰਡਰ ਖੜ ਸਕੇ। ਇੰਦਰਪ੍ਰੀਤ ਜੀ, ਇਹਦੇ ਉੱਤੇ ਹਲਕਾ ਜਿਹਾ ਇਹਨੂੰ ਅੱਗੇ ਵਧਾ ਦਿਓ, ਤੇ ਨਾਲ ਹੀ ਫਿਰ ਜਿਹੜਾ ਆਰਡੀਐਫ ਵਾਲਾ ਮਾਮਲਾ ਤੁਸੀਂ ਆਪਣੀ ਅਖਬਾਰ 'ਚ ਬੜੀ ਪ੍ਰਮੁਖਤਾ ਨਾਲ ਛਾਇਆ ਕੀਤਾ ਕਿ ਸਰਕਾਰ ਰੂਰਲ ਡਿਵੈਲਪਮੈਂਟ ਫੰਡ ਦੇ ਉੱਤੇ ਕੇਂਦਰ ਨਾਲ ਹੁਣ ਸਿੱਧਾ ਸਿੱਧਾ ਦੋ ਹੱਥ ਕਰੂਗੀ ਔਰ ਇਹ ਸੁਪਰੀਮ ਕੋਰਟ 'ਚ ਕੇਸ ਲਿਜਾਇਆ ਜਾ ਰਿਹਾ। ਇਹ ਪਹਿਲਾਂ ਥੋੜਾ ਜੀਰਾ ਫੈਕਟਰੀ ਸੰਬੰਧੀ ਵੀ ਥੋੜੀ ਜਾਣਕਾਰੀ ਦੇ ਦਿਓ ਜੇ ਹੈ ਤਾਂ। ਜਿਹੜੇ ਇਹਦੀ ਸੀਗੀ, ਇਹਦੀ ਜੀਰਾ ਫੈਕਟਰੀ ਦੀ ਗੱਲ ਸੀਗੀ, ਕੰਪਨੀ ਨੇ ਇਹ ਕਿਹਾ ਸੀਗਾ ਕੰਸੈਂਟ ਟੂ ਆਪਰੇਟ, ਇਹ ਇੱਕ ਉਹਨਾਂ ਨੇ ਪਾਈ ਸੀ ਵੀ ਉਹ ਤੁਸੀਂ ਸਾਨੂੰ ਦੋ, ਕਿਉਂਕਿ ਨਵਾਂ ਸਾਲ ਵਿੱਤੀ ਵਰਸ਼ ਚੜ ਗਿਆ ਤੇ ਉੱਤੇ ਸਾਨੂੰ ਕੰਸੈਂਟ ਟੂ ਆਪਰੇਟ ਦੋ, ਤੇ ਉਹਨਾਂ ਨੇ ਇਹਨੂੰ ਰੱਦ ਕਰਤਾ ਸੀ। ਤੇ ਉਸਨੇ ਕਿਹਾ ਕਿ ਜੋ ਜੋ ਆਬਜੈਕਸ਼ਨਸ ਨੇ ਅਸੀਂ ਦੂਰ ਕਰਤੇ, ਜਿਹੜੀਆਂ ਰਿਪੋਰਟਸ ਵੀ ਆਈਆਂ ਨੇ ਉਹ ਸਾਡੇ ਖਿਲਾਫ ਨਹੀਂ ਹੈਗੀਆਂ। ਤਾਂ ਉਹਨਾਂ ਨੇ ਜਦੋਂ ਇਹ ਨਹੀਂ ਦਿੱਤਾ ਤਾਂ ਉਹ ਜਿਹੜੀ ਕੰਪਨੀ ਹੈ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਇਹ ਦਰਖਾਸਤ ਦਿੱਤੀ ਕਿ ਸਾਨੂੰ ਨਾ ਤਾਂ ਚਲਾਨ ਦਿੱਤਾ ਜਾ ਰਿਹਾ ਤੇ ਨਾ ਹੀ ਸਾਨੂੰ ਦੱਸਿਆ ਜਾ ਰਿਹਾ ਕਿ ਕਿਉਂ ਨਹੀਂ ਚਲਾਨ ਦਿੱਤਾ ਜਾ ਰਿਹਾ। ਸੋ ਉਸ ਤੋਂ ਬਾਅਦ ਹਾਈ ਕੋਰਟ ਨੇ ਪੰਜਾਬ ਸਰਕਾਰ ਤੋਂ ਜੋ ਜਵਾਬ ਮੰਗਿਆ ਤਾਂ ਪੰਜਾਬ ਸਰਕਾਰ ਨੇ ਆਪਣੇ ਜਵਾਬ 'ਚ ਕਿਹਾ ਕਿ ਅਸੀਂ ਕੰਸੈਂਟ ਜਿਹੜੀ ਹੈਗੀ ਹੈ ਉਹ ਫਿਲਹਾਲ ਵਾਪਿਸ ਦੇ ਰਹੇ ਹਾਂ, ਅਸੀਂ ਆਪਣਾ ਜਿਹੜਾ ਪਹਿਲਾ ਫੈਸਲਾ ਸੀ ਉਹ ਵਾਪਿਸ ਲੈ ਰਹੇ ਹਾਂ, ਪਰ 2 ਹਫ਼ਤੇ ਦੇ ਅੰਦਰ ਅੰਦਰ ਅਸੀਂ ਇਸ ਜਿਹੜੀ ਇਹਨਾਂ ਨੇ ਸਾਡੇ ਕੋਲ ਬੋਰਡ ਨੂੰ ਐਪਲੀਕੇਸ਼ਨ ਪਾਈ ਹੈ ਉਹਦਾ ਨਿਪਟਾਰਾ ਕਰ ਦਾਂਗੇ। ਸੋ ਮੈਨੂੰ ਇਹ ਲੱਗਦਾ ਹੈ ਕਿ ਪਰ ਨਾਲ ਹੀ ਨਾਲ ਕੱਲ ਕੋਰਟ ਨੇ ਇਹ ਵੀ ਕਹਿਤਾ ਹੈ ਕਿ ਜਦੋਂ ਬੋਰਡ ਨਿਪਟਾਰਾ ਕਰੇਗਾ ਤਾਂ ਉਦੋਂ ਇਹ ਜਿਹੜੀਆਂ ਰਿਪੋਰਟਸ ਹੈਗੀਆਂ ਨੇ ਉਹਨੂੰ ਧਿਆਨ ਦੇ ਵਿੱਚ ਰੱਖਿਆ ਜਾਏ, ਕਿਤੇ ਇਹ ਨਾ ਹੋ ਵੀ ਉਹਨੂੰ ਦਰਕਿਨਾਰ ਕਰਕੇ ਤੁਸੀਂ ਕੋਈ ਫੈਸਲਾ ਲਓ। ਸੋ ਮੈਨੂੰ ਲੱਗਦਾ ਕਿ ਆਉਣ ਵਾਲੇ ਟਾਈਮ 'ਚ ਇਹਦੇ ਤੇ ਕਲੈਰਿਟੀ ਹੋ ਜਾਏਗੀ 2 ਹਫ਼ਤੇ ਦੇ ਵਿੱਚ ਕਿ ਸਰਕਾਰ ਦਾ ਮੂਡ ਕੀ ਹੈ ਜੀ। ਦੂਸਰੀ ਗੱਲ ਤੁਸੀਂ ਆਰਡੀਐਫ ਦੀ ਕੀਤੀ ਸੀ, ਆਰਡੀਐਫ ਨੂੰ ਲੈ ਕੇ ਦੇਖੋ ਇਸ ਵਾਰੀ ਵੀ ਆਰਡੀਐਫ ਨਹੀਂ ਆਇਆ, ਲਗਭਗ 800 ਕਰੋੜ ਰੁਪਇਆ ਆਣਾ ਸੀਗਾ ਉਹ ਨਹੀਂ ਆਇਆ। ਈਵਨ ਇੱਕ ਮੰਡੀ ਬੋਰਡ ਦੀ ਜਿਹੜੀ ਫੀਸ ਹੈਗੀ ਹੈ, ਮਾਰਕੀਟ ਕਮੇਟੀ ਫੀਸ ਕਹਿੰਦੇ ਜਿਹਨੂੰ ਆਪਾਂ, ਉਹ ਵੀ 1% ਘਟਾ ਕੇ ਗਵਰਨਮੈਂਟ ਨੇ ਕਰਤੀ ਹੈ। ਤਾਂ 850 ਕਰੋੜ ਇਹ ਤੇ 2880 ਕਰੋੜ ਪਿਛਲਾ ਪਾ ਕੇ 3600-3700 ਕਰੋੜ ਰੁਪਇਆ ਹੋ ਗਿਆ ਹੈ, ਜਿਹਨੂੰ ਲੈਣ ਲਈ 2 ਲੈਟਰ ਲਿਖੇ ਜਾ ਚੁੱਕੇ ਹੈ ਮੁੱਖ ਮੰਤਰੀ, ਪ੍ਰਧਾਨ ਮੰਤਰੀ ਨੂੰ, ਗ੍ਰਹਿ ਮੰਤਰੀ ਨੂੰ, ਪਿਊਸ਼ ਗੋਇਲ ਨੂੰ, ਸਭ ਨੂੰ ਮਿਲ ਕੇ ਆ ਚੁੱਕੇ ਹੈ। ਹਜੇ ਤੱਕ ਕੋਈ ਮਤਲਬ ਇਸ ਤੇ ਕੋਈ ਬਾਹ ਨਹੀਂ ਫੜ ਰਿਹਾ। ਤੇ ਹੁਣ ਉਹ ਇਹਨੂੰ ਲੈ ਕੇ ਕੱਲ ਜਿਹੜੀ ਮੀਟਿੰਗ ਹੋਈ ਹੈ ਮੁੱਖ ਮੰਤਰੀ ਦੀ, ਜਿਹਦੇ ਵਿੱਚ ਕੁਲਦੀਪ ਧਾਲੀਵਾਲ ਹੋਣੀ ਵੀ ਸੀਗੇ, ਵੇਣੂ ਪ੍ਰਸਾਦ ਹੋਣੀ ਵੀ ਸੀਗੇ, ਸੁਮੇਰ ਸਿੰਘ ਗੁੱਜਰ ਹੋਣੀ ਵੀ ਸੀ, ਇਹ ਸਾਰੇ ਜਦੋਂ ਸੀਗੇ ਤਾਂ ਇਹ ਫੈਸਲਾ ਹੋਇਆ ਕਿ ਪਹਿਲਾਂ ਇੱਕ ਚਿੱਠੀ ਹੋਰ ਲਿਖ ਦਿਓ ਤੇ ਉਸ ਤੋਂ ਬਾਅਦ ਆਪਾਂ ਸੁਪਰੀਮ ਕੋਰਟ ਜੇ ਨਹੀਂ ਮੰਨਦੇ ਤੇ ਨਾ ਉਸ ਚਿੱਠੀ 'ਚ ਵੀ ਮਤਲਬ ਕਲੀਅਰ ਕਰ ਦਿਓ ਕਿ ਜੇ ਤੁਸੀਂ ਨਹੀਂ ਕਰੋਗੇ ਤਾਂ ਸਾਡੇ ਕੋਲ ਫਿਰ ਸੁਪਰੀਮ ਕੋਰਟ 'ਚ ਜਾਣ ਦੀ ਆਪਸ਼ਨ ਨਹੀਂ ਰਹੀ ਹੈ। ਦੇਖੋ ਰੰਧਾਵਾ ਸਾਹਿਬ, ਇਹ ਸਾਡਾ ਸਟੈਚੂਰੀ ਫੰਡ ਹੈ, ਮਤਲਬ ਸਰਕਾਰ ਸਟੇਟ ਗਵਰਨਮੈਂਟ ਨੂੰ ਅਧਿਕਾਰ ਹੈ ਕਿ ਉਹ ਆਪਣੇ ਜਿਹੜੀ ਮੰਡੀਆਂ 'ਚ ਵਿਕਣ ਵਾਲਾ ਅਨਾਜ ਦੇ ਉੱਤੇ ਕਿੰਨਾ ਟੈਕਸ ਲਗਾਉਣਾ ਚਾਹੁੰਦੀ ਹੈ, ਕਿੰਨਾ ਨਹੀਂ ਲਗਾਉਣਾ ਚਾਹੁੰਦੀ। ਇਸ ਤੇ ਕੋਈ ਉਹਨੂੰ ਪੁੱਛ ਨਹੀਂ ਸਕਦਾ ਕਿ ਤੁਸੀਂ ਇਹ ਕਿਉਂ ਲਗਾਇਆ। ਤੁਸੀਂ ਸਮਾਨ ਨਹੀਂ ਖਰੀਦ ਸਕਦੇ, ਇਹ ਹੋ ਸਕਦਾ, ਪਰ ਤੁਸੀਂ ਟੈਕਸ ਪੇ ਨਹੀਂ ਕਰੋਗੇ, ਇਹ ਨਹੀਂ ਹੋ ਸਕਦਾ। ਟੈਕਸ ਤਾਂ ਗਵਰਨਮੈਂਟ ਆਫ ਇੰਡੀਆ ਨੂੰ ਦੇਣਾ ਹੀ ਪਏਗਾ। ਦੂਜੀ ਇਹਦੇ ਵਿੱਚ ਇਹ ਹੈ ਕਿ ਮੈਨੂੰ ਲੱਗਦਾ ਕਿ ਜੇ ਇਹ ਨਹੀਂ ਦਿੰਦਾ, ਅੱਗੇ ਤੋਂ ਨਹੀਂ ਦਿੱਤਾ ਜਾ ਰਿਹਾ, ਜਿਵੇਂ ਕਿ ਗਵਰਨਮੈਂਟ ਆਫ ਇੰਡੀਆ ਨੇ ਕਲੀਅਰ ਕਰਤਾ ਕਿ ਅਸੀਂ 2% ਤੋਂ ਜ਼ਿਆਦਾ ਨਹੀਂ ਦੇ ਸਕਦੇ ਟੋਟਲ, ਜਿਹੜਾ ਕਿ ਹੁਣ 6.5% 8% ਮਿਲਦਾ ਹੈ, ਹੁਣ ਅਸੀਂ ਸਿਰਫ 2% ਕਰ ਰਹੇ ਹਾਂ। ਤਾਂ ਮੈਨੂੰ ਲੱਗਦਾ ਕਿ ਵੈਸੇ ਹੀ ਬੋਰਡ ਦੀ ਹਾਲਤ ਬਹੁਤ ਖਰਾਬ ਹੋ ਜਾਏਗੀ, ਕਿਉਂਕਿ 550 ਕਰੋੜ ਰੁਪਇਆ ਤਾਂ ਸਿਰਫ ਮੰਡੀ ਬੋਰਡ ਨੂੰ ਚਲਾਉਣ ਦਾ ਹੀ ਖਰਚਾ ਹੈ। ਜਿਹੜੇ ਉਹਨਾਂ ਦੇ ਕਰਮਚਾਰੀ ਰੱਖੇ ਨੇ ਜਾਂ ਹੋਰ ਸਾਰਾ ਕੁਝ ਤਾਮਝਾਮ ਹੈ, ਉਹਨੂੰ ਚਲਾਉਣ ਦਾ ਹੀ ਖਰਚਾ 550 ਕਰੋੜ ਰੁਪਇਆ ਹੈ। ਤੇ ਇਸ ਤੋਂ ਇਲਾਵਾ ਸਾਨੂੰ ਅਗਰ ਅਸੀਂ ਜਿਹੜੀਆਂ ਇੰਨੀਆਂ ਲਿੰਕ ਸੜਕਾਂ ਵਿਛਾਈਆਂ ਹੋਈਆਂ ਨੇ, ਅਗਰ ਸਿਰਫ ਅਸੀਂ ਇਹਨੂੰ ਰਿਪੇਅਰ ਕਰਨਾ ਹੈ ਤਾਂ ਮੈਨੂੰ ਲੱਗਦਾ ਕਿ 1500 ਕਰੋੜ ਰੁਪਏ ਦਾ ਸਾਲਾਨਾ ਸਾਨੂੰ ਉਹਦੇ ਲਈ ਵੀ ਚਾਹੀਦੇ ਨੇ। ਯਾਨੀ ਕਿ 2000 ਕਰੋੜ ਰੁਪਏ ਦਾ ਸਾਡਾ ਬਿਲਕੁਲ ਕਮਿਟਡ ਲਾਇਬਿਲਿਟੀ ਹੈ, ਇਸ ਚੋਂ ਇੱਕ ਪੈਸਾ ਵੀ ਇੱਧਰ ਉੱਧਰ ਨਹੀਂ ਹੋ ਸਕਦਾ। ਤੇ ਅਸੀਂ ਜੇ 70,000 ਕਰੋੜ ਦਾ ਅਨਾਜ ਵੇਚਦੇ ਹਾਂ ਤੇ ਉਹ 'ਚ ਸਾਨੂੰ ਸਿਰਫ 2% ਮਿਲਿਆ ਤਾਂ ਉਹ 1400 ਕਰੋੜ ਮਿਲੇਗਾ, ਜੋ ਮੈਨੂੰ ਲੱਗਦਾ ਕਿ ਬਹੁਤ ਘੱਟ ਹੈ। ਇਹਦੇ ਨਾਲ ਪੰਜਾਬ ਦੀ ਜਿਹੜੀ ਰੂਰਲ ਸੈਕਟਰ ਦੀਆਂ ਸੜਕਾਂ ਨੇ ਉਹਦੀ ਹਾਲਾਤ ਬਹੁਤ ਖਰਾਬ ਹੋਏਗੀ, ਈਵਨ ਮੰਡੀਆਂ ਦੀ ਵੀ ਹਾਲਤ ਜਿਹੜੀ ਹੈ ਉਹ ਚੰਗੀ ਨਹੀਂ ਰਹੇਗੀ। ਭਾਸਕਰ ਸਾਹਿਬ ਦਾ ਬੜਾ ਜੀ ਕਰਦਾ ਹੈ ਕਿ ਅਮਰੂਦਾਂ ਦੇ ਖੇਤ 'ਚ ਗੇੜਾ ਮਾਰ ਕੇ ਆਈਏ ਜਿੱਥੇ ਅਮਰੂਦ ਹੈ ਨਹੀਂ, ਸਿਰਫ ਮੁਆਵਜ਼ਾ ਹੀ ਮੁਆਵਜ਼ਾ ਹੈ। ਇੱਕ ਹੋਰ ਗ੍ਰਿਫਤਾਰੀ ਹੋਈ ਹੈ ਭਾਸਕਰ ਸਾਹਿਬ, ਕੋਈ ਰੌਚਕ ਗੱਲ ਹੈ ਤਾਂ ਦੱਸੋ ਜ਼ਰਾ ਜੀ। ਇੱਕ 10ਵਾਂ ਬੰਦਾ ਵੀ ਫੜਿਆ ਗਿਆ, ਸਤੀਸ਼ ਬਾਂਸਲ ਨਾਮ ਦਾ ਪ੍ਰਾਪਰਟੀ ਡੀਲਰ, ਰਹਿਣ ਵਾਲਾ ਬਠਿੰਡਾ ਦਾ ਹੈ, ਪਰ ਉਹਨੇ ਉੱਥੇ ਅਮਰੂਦਾਂ ਵਾਲੀ ਜਗ੍ਹਾ ਤੇ ਜਗ੍ਹਾ ਲੈ ਲਈ ਸੀਗੀ। ਜਗ੍ਹਾ ਭਾਵੇਂ ਉਹਨੇ ਲਿੱਤੀ ਸੀਗੀ ਘੱਟ 12 ਕਨਾਲ 13 ਮਰਲੇ ਲਿੱਤੀ ਸੀਗੀ। 12 ਕਨਾਲ 13 ਮਰਲੇ ਦੇ ਉੱਤੇ ਜਗ੍ਹਾ ਇੰਨੀ ਨਹੀਂ ਲਿੱਤੀ ਸੀ, ਇਹਦੇ ਤੇ ਅਮਰੂਦ ਦਿਖਾਏ ਸੀ ਉਹਨੇ। ਜਿਹੜੀ ਉਹਦੀ ਪਰਚੇਜ਼ ਕੀਤੀ ਹੋਈ ਜਗ੍ਹਾ ਸੀਗੀ ਉਹ 8 ਕਨਾਲ ਹੀ ਸੀਗੀ,
ਔਰ ਇਹ ਅਮਰੂਦਾਂ ਦੇ ਬਾਗ ਦਿਖਾ ਕੇ 1 ਕਰੋੜ 54 ਲੱਖ ਦਾ ਮੁਆਵਜ਼ਾ ਲੈਤਾ। ਇਹਦੀ ਜਾਂਚ ਤੇ ਜਾਰੀ ਹੈ। ਕੁਝ ਅਫਸਰਾਂ ਦੀ ਵੀ ਗੱਲ ਚੱਲਦੀ ਪਈ ਹੈ। ਇੱਕ ਅਫਸਰ ਦਾ ਤੇ ਨਾਂ ਆ ਚੁੱਕਿਆ ਹੈ, ਬਾਕੀ ਅਫਸਰਾਂ ਦੇ ਨਾਂ ਆਣਗੇ ਨਹੀਂ ਆਣਗੇ। ਜਿਸ ਤਰੀਕੇ ਨਾਲ ਇਹ ਅਰੈਸਟ ਤੇਜ਼ ਹੋ ਰਹੀ ਹੈ ਔਰ ਸ਼ੇਰ ਚੀਤੇ ਵੀ ਇਸ ਸੀਨ ਦੇ ਵਿੱਚ ਆ ਰਹੇ ਨੇ, ਮੈਨੂੰ ਲੱਗਦਾ ਜਿਨ੍ਹਾਂ ਜੇਲ੍ਹਾਂ ਦੇ ਵਿੱਚ ਇਹਨਾਂ 10 ਬੰਦਿਆਂ ਨੂੰ ਰੱਖਿਆ ਹੋਏਗਾ ਜਾਂ ਅੱਗੇ ਚੱਲ ਕੇ ਹੋਰ ਵੀ ਰੱਖਣਗੇ, ਉਹਦਾ ਨਾਂ ਹੀ ਪੈ ਜਾਣਾ ਅਮਰੂਦਾਂ ਵਾਲੀ ਜੇਲ੍ਹ। ਯਾਨੀ ਅਮਰੂਦਾਂ ਵਾਲੀ ਜੇਲ੍ਹ ਦੇ ਵਿੱਚ ਹੋਰ ਕਿੰਨੇ ਕੁ ਬੰਦੇ ਜਾਂਦੇ ਨੇ, ਇਹ ਦੇਖਣ ਵਾਲੀ ਗੱਲ ਹੈ। ਮੈਨੂੰ ਲੱਗਦਾ ਉੱਥੇ ਹੀ 4 ਜੰਗਲੇ 'ਚ ਲਾ ਕੇ ਤੇ ਉੱਥੇ ਹੀ ਇਹਨਾਂ ਨੂੰ ਘੜੀ ਰੱਖ ਲਓ 2-4 ਦਿਨ। ਜਿਹੜਾ ਕੀ ਅਮਰੂਦਾਂ ਦੇ ਮਾਮਲੇ ਕੀ ਪੈਸੇ ਵਾਪਸ ਲੈ ਲਓ, ਵਿਆਜ ਸਮੇਤ ਲੈ ਲਓ। ਇੰਜ ਨਹੀਂ ਕਰੀਦਾ। ਭਾਸਕਰ ਸਾਹਿਬ, ਕਿੰਨੇ ਕੁ ਹੁਣ ਬੰਦੇ ਫੜ ਅੰਦਰ ਦਿਓਗੇ? ਮਾੜਾ ਮੋਟਾ ਰੁਜ਼ਗਾਰ ਤੇ ਸਭ ਨੇ ਚਲਾਉਣਾ। ਜੇ ਕਿਤੇ ਹੋ ਸਕਦਾ ਜਿੰਨਾ ਮੁਆਵਜ਼ਾ ਦੇਣਾ ਸੀ ਮਹਿਕਮੇ ਦੇ ਅਧਿਕਾਰੀ, ਉਹਨਾਂ ਨੇ ਹੀ ਨਹੀਂ ਕਿਹਾ ਸੀ ਵੀ ਦੇਖੋ ਜੀ ਕਰੋੜ ਤੁਸੀਂ ਰੱਖ ਲਿਓ, 50 ਲੱਖ ਸਾਨੂੰ ਦੇ ਦਿਓ, ਕੀਤਾ ਅੰਦਰ ਕੀ ਕੁਝ ਹੋਇਆ। ਤਾਂ ਬਹੁਤੀ ਤਗੜੀ ਸਜ਼ਾ ਨਾ ਦਿਓ। ਇਹ ਨਾ ਹੋਵੇ ਕਿ ਤੁਸੀਂ ਇਹਨਾਂ ਨੂੰ ਅੰਦਰ ਜੇਲ੍ਹ 'ਚ ਭੇਜੋ ਤੇ ਅੰਦਰੋਂ ਇਹ ਕੋਈ ਹੋਰ ਦੇ ਹੋਰ ਹੀ ਬਣ ਕੇ ਆ ਜਾਣ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਧੰਨਵਾਦ ਜੀ।